ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਆਵਰ ਚੈਨਲ। ਦਿਸ ਇਜ਼ ਸੈਂਡੀ, ਦਿਸ ਇਜ਼ ਰੂਪ। ਸਾਡੇ ਚੈਨਲ ਦਾ ਨਾਮ ਹੈ ਸੈਂਡੀ ਐਂਡ ਰੂਪ ਫਨ ਟੇਲਸ। ਤੇ ਜਿਹਨੂੰ ਨਹੀਂ ਪਤਾ, ਜੋ ਨਵੇਂ ਹੈ ਸਾਡੇ ਚੈਨਲ 'ਚ, ਅਸੀਂ ਹੋ ਗਿਆ, ਅਸੀਂ ਦੋਨੋਂ ਸਿਸਟਰਸ ਹੈ। ਅੱਜ ਸੀਗੀ ਛੁੱਟੀ, ਅੱਜ ਅਸੀਂ ਸਵੇਰੇ ਬਣਾਈਆਂ ਸੀਗੀਆਂ ਬਰੋਕਲੀ ਵਾਲੀਆਂ ਰੋਟੀਆਂ। ਤੇ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਲੱਗ ਰਹੀਆਂ ਸੀ। ਸਾਡੀ ਯੰਮੀ ਤੇ ਹੈਲਦੀ ਰੋਟੀ, ਸੌਟ ਆਫ ਹੈਲਦੀ, ਜੇ ਜ਼ਿਆਦਾ ਹੈਲਦੀ ਕਰਨੀ ਹੈ ਕਿ ਨਾ ਦੇਖ ਲਿਆ। ਹੁਣ ਅਸੀਂ ਆਪਣਾ ਢਿੱਡ ਭਰ ਕੇ ਤਿਆਰ ਸ਼ਿਆਰ ਹੋ ਕੇ ਰੈਡੀ ਹੋ ਕੇ ਹੁਣ ਅਸੀਂ ਜਾਣ ਲੱਗੇ ਆ ਫੇਰ ਸ਼ਾਪਿੰਗ। ਕਿਉਂ? ਥੋੜਾ ਜਿਹਾ ਸਮਾਨ ਲੈਣਾ ਹੈ ਨੌਇਨ ਵਾਸਤੇ ਸਪੈਸ਼ਲੀ, ਕਿਉਂਕਿ ਇਹਦੀ ਐਕਸਕਰਸ਼ਨ ਹੈ ਮੰਡੇ ਨੂੰ ਤੇ ਥੋੜਾ ਜਿਹਾ ਸਮਾਨ ਚਾਹੀਦਾ ਹੈ। ਥੋੜਾ ਜਿਹਾ ਕਿਆ ਮੇਨਲੀ ਬੈਕਪੈਕ ਲੈਣਾ ਤੇ ਛੋਟੀ ਮੋਟੀ ਚੀਜ਼ਾਂ ਹੋਰ ਲੈਣੀਆਂ। ਕਿੱਥੇ ਜਾਣਾ ਨੌਰੀਨ ਨੇ? शॉपिंग नहीं मंडे कब कितने जाना है? ज़ू चलो चलिए फिर। पता कितना भज रहे सी। पिछले सब पे 50% ऑफ हो गया, पता है मैनू कहीं मैं आया और एवरीथिंग 50% ऑफ है। पिछले हफ्ते तो देख के गए ना नाले ऑल मैनचेस्टर डिनर सेट्स एवरीथिंग 50% ऑफ। पिछले हफ्ते नहीं सी। अच्छा अपने को ना डिनर सेट पे है, हम हार्डली यूज करते हैं। क्या लिखा है तो केडी सोनी है रुपी? दो फेस जिंदाबाद, दो फेस जिंदाबाद। इमोशनल हो गया, चॉकलेट चाहे सोनी भी नहीं है। सेल लगी पई है। चढ़ाई कितनी है फेस दो दी? देख तो सही, कोई है 3 फेस 4 फेस लगे भी नहीं है, फेस 2 ही है। कर दो, देख लो। Why? because I like it and it's from Sweden. देख लो छोटे छोटे न्याणे ਨੂੰ ਪਤਾ ਹੈ ਬ੍ਰਾਂਡ ਦਾ। ਸੀਰੀਅਸ ਸਮੀਗਲ ਕਹਿੰਦੀ, ਸਮੀਗਲ ਕਹਿੰਦੀ ਆਈ ਆਲਵੇਜ਼ ਲਵ ਸਮੀਗਲ ਨਾਓ। ਦੇਖੋ ਤੁਸੀਂ ਲੈ ਨਾਲ ਮੀਨਸ ਜੇ ਵੀ ਕੱਢੇ ਨਾ ਕਿੰਨੇ ਸੋਹਣਾ। ਆਪਣੀ ਸਿੰਗਲਟ ਤਾਂ ਸੰਭਲਿਆ ਕਰ ਦੇ ਔਰ ਮਟਕ ਕੇ ਜਾ ਨਾਲ ਨਾ ਪਮ ਨਾਲ ਵੀ ਮੈਚ ਹੋ ਗਿਆ ਇਹਦੇ। ਛਾਲਾ ਮਾਰ ਕੇ ਨੱਚੀ ਹੈ ਬੈਗ ਲੈ ਕੇ। ਬੱਚੇ ਕੀ ਲੈਣਾ ਹੈ? ਰਸਗੁੱਲਾ ਹੁਣ ਤੇ ਰੱਖਣੇ ਰੈਡ ਕਿਉਂ ਲੱਗ ਰਹੀਆਂ? ਦੇਖ ਤਾਂ ਬਹੁਤ ਹੁੰਦਾ ਰਸਗੁੱਲਾ ਨਹੀਂ ਫਿਰ ਕਿੱਥੇ ਆ ਇਹ ਢਿੱਡ 'ਚ ਰਸਗੁੱਲਾ? ਆ ਢਿੱਡ ਰਸਗੁੱਲਾ ਹੀ ਲੱਗਦਾ ਤੇਰਾ। ਹੁਣ ਦੱਸ ਤਾਂ ਸਹੀ ਤੂੰ ਕੀ ਲੈਣਾ? ਨਹੀਂ ਉੱਦਾਂ ਦੱਸ ਜਿੱਦਾਂ ਪਹਿਲਾਂ ਦੱਸ ਰਹੀ ਸੀ। ਨਾ ਲਿਟ ਥੋੜਾ ਜਿਹਾ ਥੱਲੇ ਲਿਟ ਤੂੰ ਦੱਸ ਕੋਈ ਵੀ ਨਾ ਪਿਛਾਈ ਬਸ ਮੈਨੂੰ ਵਿਸਵਾਲ ਨਾ ਪੰਜਾਬੀ ਸਮਝ ਨਹੀਂ ਆਈ। ਸਟੈਂਡ ਨਹੀਂ ਹੋਈ। ਅੱਛਾ ਆਪਾਂ ਨੀਚੇ ਟਾਈਟਲ ਪਾ ਕੇ ਲਿਖ ਕੇ ਭੇਜੂਗੇ। No, आप नहीं बोला तेरा स्टाइल। मेरी आईज से कितना लग रही है वीडियो च रेड उदा ही है इतना लगता ज्यादा बढ़िया देखनी है अरे बैठी थी पंगा लेट लो बेटा तो मुझे बहुत है देखो प्रिंसिपल लग रही ਪ੍ਰਿੰਸੀਪਲ ਵਾਲੀ ਫੀਲਿੰਗ ਆ ਰਹੀ ਹੈ ਰੂਪੀ ਨੂੰ ਅੱਜ ਮੈਨੂੰ ਦੇਖ ਕੇ। ਚਲੋ ਜੀ ਅੱਜ ਹੈਗਾ ਨੈਕਸਟ ਡੇ, ਕੱਲ ਤੋਂ। ਮਤਲਬ ਕੱਲ ਅਸੀਂ ਸ਼ਾਪਿੰਗ ਤੋਂ ਆਏ, ਅਸੀਂ ਬਹੁਤ ਜ਼ਿਆਦਾ ਟਾਇਰਡ ਹੋ ਗਏ ਸੀ। ਮੇਰਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ, ਮੇਰੀ ਲੱਤਾਂ ਦੁਖ ਰਹੀਆਂ ਸੀ, ਪੈਰ ਮੇਰੇ ਬਹੁਤ ਜ਼ਿਆਦਾ ਦੁਖ ਰਹੇ ਸੀਗੇ। ਹਾਂ ਅਸੀਂ ਫੁੱਲੀ ਐਗਜ਼ੌਸਟਡ ਸੀਗੇ ਸੀਰੀਅਸਲੀ। ਫਿਰ ਅਸੀਂ ਘਰ ਆ ਕੇ ਵਲੌਗ ਕੰਟੀਨਿਊ ਨਹੀਂ ਕੀਤਾ। ਹੁਣ ਨੈਕਸਟ ਡੇ ਹੈ ਤਾਂ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਕੰਟੀਨਿਊ ਕਰ ਲਈਏ ਉਹਨੂੰ। ਕੱਲ੍ਹ ਸ਼ਾਪਿੰਗ ਸੈਂਟਰ 'ਚ ਉਹ ਖਲਾਰਾ ਪਿਆ, ਉਹ ਗਾਹ ਪਿਆ। 9 ਦੀ ਹੈਗੀ ਆ ਮੰਡੇ ਐਕਸਕਰਸ਼ਨ, ਹੁਣ ਇਹਨੇ ਜਾਣਾ ਹੈ ਜ਼ੂ ਸਕੂਲ ਵੱਲੋਂ, ਤਾਂ ਇਹਨੇ ਲੈਣਾ ਸੀਗਾ ਬੈਕਪੈਕ। ਮੈਂ ਇਹਨੂੰ ਟਾਰਗੇਟ ਲਈ ਗਈ ਸਭ ਨੂੰ, ਠੀਕ ਹੈ। ਟਾਰਗੇਟ ਨਹੀਂ ਪਸੰਦ ਆਇਆ, ਠੀਕ ਹੈ। ਇਹਨਾਂ ਨੂੰ ਨਾ 9 ਨੂੰ ਆਇਆ। ਚੱਲ ਮੇਰਾ ਤੇ ਰੂਪੀ ਦਾ ਤਾਂ ਕਿਸੇ ਦਾ ਹੀ ਛੱਡ ਦੋ, ਅਸਤਾ ਹੈ ਹੀ ਕੌਣ, ਸਾਨੂੰ ਤਾਂ ਪੁੱਛਦਾ ਹੀ ਕੌਣ ਹੈ। ਨਾ 9 ਨੂੰ ਪਸੰਦ ਆਇਆ ਨਾ ਇਹਨਾਂ ਨੂੰ ਪਸੰਦ ਆਇਆ, ਠੀਕ ਹੈ। ਉਸ ਤੋਂ ਬਾਅਦ ਮੈਂ ਕਿਹਾ ਚਲੋ ਠੀਕ ਹੈ ਆਪਾਂ ਬਿਗ ਡਬਲਿਊ ਚੱਲਦੇ ਹਾਂ, ਸਸਤੇ ਦੁਕਾਨਾਂ ਤੇ ਚੱਲਦੇ ਹਾਂ, ਕਿਉਂਕਿ ਪਤਾ ਹੈ ਨੈਕਸਟ ਈਅਰ ਫੇਰ ਲੈਣਾ ਹਲੇ। ਐਗਜ਼ੈਕਟਲੀ
ਤਾਂ ਆਪਾਂ ਬਿਗ ਡਬਲਿਊ ਗਏ, ਉੱਥੇ ਇੰਨੇ ਸਾਰੇ ਬੈਗ ਸੀਗੇ। ਉਹ ਪਸੂੜੀ ਪਾਈ ਨੌਰੀਨ ਨੇ ਤੇ ਉਹਦੇ ਪਿਤਾ ਸ਼੍ਰੀ ਨੇ। ਜਿਹੜਾ ਬੈਗ ਨੌਰੀਨ ਨੂੰ ਪਸੰਦ ਆਵੇ ਉਹਦੇ ਡੈਡੀ ਨੂੰ ਨਾ ਪਸੰਦ ਆਵੇ, ਜਿਹੜਾ ਡੈਡੀ ਨੂੰ ਪਸੰਦ ਆਵੇ ਉਹ ਨੌਰੀਨ ਨੂੰ ਨਾ ਪਸੰਦ ਆਵੇ। ਅਸੀਂ ਦੋਨੋਂ ਫਸ ਗਏ। ਹਾਂ ਯਾਰ ਉਹ ਖਲਾਰਾ ਪਾਇਆ ਨਾ ਉਹਨਾਂ ਨੇ ਉੱਥੇ, ਉਹ ਖਲਾਰਾ ਪਾਇਆ। ਓ ਮਾਈ ਗॉड, ਉੱਥੋਂ ਨਹੀਂ ਲੈਣਾ ਜੀ ਅਸੀਂ। ਫਿਰ ਚਲੋ ਕਿਸੇ ਹੋਰ ਦੁਕਾਨ ਤੇ ਚੱਲੋ। ਠੀਕ ਹੈ, ਉਸ ਤੋਂ ਬਾਅਦ ਨਾ ਗਏ ਆਪਾਂ ਸਮੀਗਲਸ। ਫਿਰ ਯੂ ਨੋ ਛੋਟਾ ਮੋਟਾ ਥੋੜੀ ਬ੍ਰਾਂਡ ਉਹ ਚੀਜ਼ ਉੱਥੇ ਜਾ ਕੇ ਦੋਨੋਂ ਨੂੰ ਪਸੰਦ ਆ ਗਿਆ ਬੈਗ। ਦੋਨੋਂ ਨੇ ਫਾਈਨਲ ਕਰ ਲਿਆ ਕਿ ਹਾਂ ਆ ਲੈ ਲੈਂਦੇ ਆ। ਠੀਕ ਹੈ, ਮੈਂ ਸਮਝ ਆ ਰਹੀ ਸੀ ਇੱਕ ਬੈਗ ਪੈਕ ਹੈ ਯਾਰ, ਕਿਆ ਬੈਗ ਪੈਕ ਹੀ ਹੈ ਵੀ ਕਿਆ ਹੈ ਨਾ, ਹਨਾ ਵੀ ਕਿਆ ਬਿਗ ਡੀਲ ਆ ਉਹਦੇ ਚ। ਉੱਥੇ ਦੋਨਾਂ ਨੇ ਪਸੰਦ ਕਰ ਲਿਆ। ਇਹਨਾਂ ਦੋਨਾਂ ਨੂੰ $3 ਦਾ ਬੈਗ ਨਹੀਂ ਪਸੰਦ ਆਇਆ ਟਾਰਗੇਟ ਤੇ ਬਿਗ ਡਬਲ ਤੋਂ। $43 ਦਾ ਬੈਗ ਲੈ ਕੇ ਆਏ ਆ ਤੇ ਦੋਨਾਂ ਨੂੰ ਪਸੰਦ ਆਇਆ। ਔਰ ਯੂਜ਼ ਉਹੀ ਕਰਨਾ 2-4 ਵਾਰ। ਮੈਨੂੰ ਤਾਂ ਘਰ ਆ ਕੇ ਹੁੰਦਾ ਰਿਹਾ ਯਾਰ ਕਿੰਨੇ ਇੰਨਾ ਮਹਿੰਗਾ ਕਿਉਂ ਲੈ ਕੇ ਆਏ ਆ। ਬਟ ਚਲੋ ਫਿਰ ਸਮਾਂ ਇਹ ਸੰਤੁਸ਼ਟੀ ਸੀ ਕਿ ਸੁਖ ਸ਼ਾਂਤੀ ਨਾਲ ਬੈਗ ਪਸੰਦ ਕਰ ਲਿਆ। ਐਟਲੀਸਟ ਇਹਨੂੰ ਪਸੰਦ ਸੀ। ਹਾਂ ਇਹ ਬਹੁਤ ਖੁਸ਼ ਸੀ ਲੈ ਕੇ। ਖੈਰ ਤੇ ਫਿਰ ਅਸੀਂ ਆਏ ਘਰ, ਪਰ ਉਦੋਂ ਤੱਕ ਨਾ ਮੈਂ ਤਾਂ ਇੰਨੀ ਐਗਜ਼ੌਸਟ ਹੋ ਚੁੱਕੀ ਸੀ ਨਾ, ਦੋਨਾਂ ਨੂੰ ਸਮਝਾ ਕੇ ਉੱਥੇ। ਉਸ ਤੋਂ ਬਾਅਦ ਇੱਧਰ ਉੱਧਰ ਫੇਰ ਫੂਰ ਕੇ ਅਸੀਂ ਬਹੁਤ ਬੁਰਾ ਹਾਲ ਸੀਗਾ ਯਾਰ। ਹਾਂ ਫਿਰ ਘਰੇ ਆ ਕੇ ਅਸੀਂ ਜ਼ਿਆਦਾ ਕੁਛ ਨਹੀਂ ਕੀਤਾ, ਰੈਸਟ ਹੀ ਕੀਤੀ। ਤੇ ਹੁਣ ਅੱਜ ਸ਼ਾਮ ਦਾ ਟਾਈਮ ਹੋ ਗਿਆ ਹੁਣ, ਤੇ ਸੋਚ ਰਹੇ ਡਿਨਰ 'ਚ ਕਿਆ ਬਣਾਈਏ। ਰੂਪੀ ਕਹਿ ਰਹੀ ਹੈ ਅੱਜ ਸ਼ਿਮਲਾ ਮਿਰਚ ਤੇ ਪਨੀਰ ਬਣਾ ਲਓ। ਤੇ ਮੈਂ ਇਹਨੂੰ ਪੁੱਛਿਆ, ਇਹ ਵੀ ਕਹਿੰਦੇ ਠੀਕ ਹੈ ਸ਼ਿਮਲਾ ਮਿਰਚ ਪਨੀਰ ਬਣਾ ਲਓ। ਮੈਂ ਕਿਹਾ ਚਲੋ ਸ਼ੁਕਰ ਹੈ ਕਹਿਣਾ ਸੇਮ ਚੀਜ਼ ਤੇ ਐਗਰੀ ਹੋ ਗਏ ਸਾਰੇ। ਤਾਂ ਹੁਣ ਮੈਂ ਕਰੂੰਗੀ ਸਬਜ਼ੀ ਦੀ ਤਿਆਰੀ। ਨੌਰਿਨ ਤੂੰ ਸਵੇਰੇ ਕੀ ਲੈ ਕੇ ਜਾਣਾ ਹੈ? ਪੁੱਛ ਲਾਂ, ਬਹੁਤ ਐਕਸਾਈਟਡ ਹੈ ਕੱਲ ਵਾਸਤੇ। क्या डोसा लेके डोसा जाना बना दूंगी। ओके ठीक है। ਨੌਰਿਨ ਬਣ ਗਿਆ ਡੋਸਾ ਲੈ ਕੇ ਜਾਣ ਲਈ ਸਵੇਰ ਵਾਸਤੇ। ਤਾਂ ਹੁਣ ਸਾਡੇ ਵਰਗੇ ਬਣਾਏਗੀ ਡੋਸਾ। ਜਦੋਂ ਅਸੀਂ ਕਿਤੇ ਟ੍ਰਿਪ ਤੇ ਜਾਣਾ ਸੀ, ਲੇਸ ਹਨਾ, ਚਾਕਲੇਟਸ, ਕੋਲਡ ਡਰਿੰਕ ਕਦੇ ਪੈਸੇ ਲੈ ਲੈਂਦੇ ਸੀਗੇ ਵੀ ਜਾ ਕੇ ਉੱਥੇ ਲੈ ਕੇ ਖਾ ਲੈਣਾ ਚਾਹੇ। हाँ पर ਤੁਹਾਡੇ ਸਾਹਮਣੇ ਲਾ ਦਿੱਤੀ ਤਾਂ ਗੁੱਡ ਥੀ। ਹਾਂ ਹੈਲਦੀ ਖਾਣਾ ਚਾਹੀਦਾ। ਹਾਂ ਗੰਦੇ ਤੀ ਥੋੜੇ ਤੁਹਾਡੇ। ਤੇ ਚਲੋ ਜੀ ਹੁਣ ਰੂਪੀ ਬਣਾਏਗੀ ਨੌਰਿਨ ਵਾਸਤੇ ਡੋਸੇ, ਮੈਂ ਕਰੂੰਗੀ ਸਬਜ਼ੀ ਦੀ ਚੌਪਿੰਗ। ਉਸ ਤੋਂ ਬਾਅਦ ਲਾਉਂਗੇ ਸਬਜ਼ੀ ਨੂੰ ਤੜਕਾ। ਏਦਾਂ ਸਾਡੀ ਹੁਣ ਈਵਨਿੰਗ ਕੰਟੀਨਿਊ ਹੋਊਗੀ। ਜਿੱਦਾਂ ਆ ਵੀ ਸੋਹਣਾ ਹੀ ਆ, ਪਰਪਲ ਜਿਹਾ, ਇਹ ਤੋਂ ਲਾਈਟ ਹੋਵੇ ਭਾਵੇਂ। ਸੋ ਪੀਲਿੰਗ, ਇਹ ਧੋਇੰਗ, ਫਿਰ ਕਟਿੰਗ ਇਹਦੇ ਵਿੱਚ। ਉਹ ਜਿਹੜੇ ਬਣ ਗਏ ਆਪਣੇ ਡੋਸੇ। ਚੱਕਦੇ ਫੱਟੇ ਚੱਕਦੇ ਫੱਟੇ। ਆਲੂ ਹੋ ਗਏ हैं, कैप्सिकम हो गया। बस ਹੁਣ ਇਸ ਤੋਂ ਬਾਅਦ ਮੈਂ ਤੜਕਾ ਰੱਖ ਦੇਣਾ, ਫਿਰ ਬਾਅਦ ਚ ਪਨੀਰ करूँगी। अब मैं डोसे बनाने लगी हूँ। फिर मैं सोच रही हूँ अब मैं रोटी भी बना दूँ साथ साथ, क्योंकि मैंने लगता है कि छेती हो जाऊगा काम, मैं बहुत स्लो है। जी ਆਪਾਂ ਤੜਕਾ ਰੱਖ ਲਿਆ ਇੱਕ ਪਾਸੇ, ਸਬਜ਼ੀ ਬਣਨੀ ਤਿਆਰ ਹੋ ਗਈ ਹੈ, ਰੋਟੀ ਡੋਸੇ ਬਣਾ ਰਹੀ ਹੈ। ਤੇ ਥੈਂਕ ਯੂ ਸੋ ਮਚ ਯਾਰ, ਤੁਸੀਂ ਸਾਰਿਆਂ ਨੇ ਬਹੁਤ ਪਿਆਰੇ ਜਿਹੇ ਕਮੈਂਟਸ ਕਰੇ ਲਾਸਟ ਵਲੌਗ ਤੇ। ਥੈਂਕ ਯੂ ਸੋ ਮਚ ਇੰਨੇ ਪਿਆਰੇ ਮੈਸੇਜ ਦੇ ਲਈ। ਤੇ ਤੁਸੀਂ ਕਿਹਾ ਸੀ ਕਿ ਮੈਂ ਆਪਣੀ ਪ੍ਰੈਗਨੈਂਸੀ ਜਰਨੀ ਕੈਮਰਾ ਕਰਨਾ ਕਿ ਹੁਣ ਤੱਕ ਵੀ ਸ਼ੇਅਰ ਕਰਾਂ। ਤਾਂ ਹੁਣ ਮੈਂ 22 ਵੀਕਸ ਪ੍ਰੈਗਨੈਂਟ ਹਾਂ। ਸੋ ਸਟਾਰਟਿੰਗ ਦੇ ਵਿੱਚ ਯਾਰ ਇਹ ਪ੍ਰੈਗਨੈਂਸੀ ਦਾ ਪਹਿਲਾਂ ਵੀ ਕਿਹਾ ਬਹੁਤ ਡਿਫਰੈਂਟ ਹੈ ਪਹਿਲੇ ਨਾਲੋਂ, ਹੈ ਨਾ। ਸਟਾਰਟਿੰਗ ਵਿੱਚ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਕਿ ਮੈਂ ਪ੍ਰੈਗਨੈਂਟ ਹੈ। ਦੀਦੀ ਕਰ ਰਹੀ ਆ ਪੂਰੀ ਐਕਸਰਸਾਈਜ਼। ਮੈਨੂੰ ਲੱਗਿਆ ਮੈਨੂੰ ਇੰਨੀ ਵੀਕਨੈਸ ਹੋ ਰਹੀ ਹੈ, ਸ਼ਾਇਦ ਮੈਂ ਫਿਜ਼ੀਕਲੀ ਕੋਈ ਐਕਸਰਸਾਈਜ਼ ਨਹੀਂ ਕਰ ਰਹੀ ਹੈਗੀ। ਮੇ ਬੀ ਉਹ ਰੀਜ਼ਨ ਹੋ ਸਕਦਾ। ਮੈਂ ਸਕਿਪਿੰਗ ਕਰ ਰਹੀ ਹਾਂ, ਮੈਂ ਪ੍ਰੋਪਰ ਐਕਸਰਸਾਈਜ਼ ਕਰ ਰਹੀ ਹਾਂ, ਜੋ ਇਹ ਪਲੈਂਕ ਤੱਕ ਕਰਿਆ। ਹਾਂ ਮੈਨੂੰ ਯਾਦ ਆ ਪੂਰੇ ਇੱਥੇ ਆਲੀ ਐਕਸਰਸਾਈਜ਼ ਨੀਚੇ ਬੈਠ ਕੇ। ਓ ਮਾਈ ਸਹੀ ਗॉड ਗੱਲ ਹੈ। ਬਟ ਮੈਨੂੰ ਇੰਨੀ ਵੀਕਨੈਸ ਹੋ ਰਹੀ ਸੀਗੀ ਸ਼ੁਰੂ 'ਚ, ਇੰਨੀ ਵੀਕਨੈਸ ਹੋ ਰਹੀ ਸੀ, ਮੈਨੂੰ ਸਮਝ ਨਹੀਂ ਆ ਰਿਹਾ ਸੀਗਾ ਕਿ ਮੈਨੂੰ ਉਹ ਹੋ ਕਿਆ ਰਿਹਾ। ਮੈਨੂੰ ਲੱਗਿਆ ਕਿ ਸ਼ਾਇਦ ਮੇਰਾ ਬੀਪੀ ਵੈਸੇ ਵੀ ਲੋ ਰਹਿੰਦਾ, ਤਾਂ ਲੋ ਤੋਂ ਸ਼ਾਇਦ ਜ਼ਿਆਦਾ ਲੋ ਨਾ ਹੋ ਗਿਆ ਹੋਵੇ ਜਿਹੜਾ ਮੈਨੂੰ ਇੰਨੀ ਵੀਕਨੈਸ ਹੋ ਰਹੀ ਹੈ। ਤਾਂ ਕਈ ਵਾਰ ਤਾਂ ਇੱਦਾਂ ਹੁੰਦਾ ਸੀ ਮੈਂ ਕੰਮ ਕਰਦੇ ਜਾ ਕੇ ਬੈੱਡ 'ਤੇ ਲੇਟ ਜਾਂਦੀ ਸੀਗੀ, ਮੇਰੇ ਤੋਂ ਖੜਿਆ ਨਹੀਂ ਸੀ ਹੋਇਆ ਜਾਂਦਾ, ਇੰਨੀ ਜ਼ਿਆਦਾ ਲੋ ਫੀਲ ਹੁੰਦਾ ਸੀਗਾ। ਔਰ ਇੱਕ ਤਾਂ ਵਲੌਗ ਤਾਂ ਸਾਡਾ ਇੱਦਾਂ ਵੀ ਸੀ, ਆਪਾਂ ਬਣਾਉਣਾ ਸ਼ੁਰੂ ਕੀਤਾ, ਔਰ ਦੀਦੀ ਕਹਿੰਦੇ ਹੋ ਨਹੀਂ ਰਿਹਾ। ਮੈਂ ਤਾਂ ਕਹਿੰਦੀ ਸੀ ਕਿ ਮੇਰੇ 'ਚ ਬਿਲਕੁਲ ਐਨਰਜੀ ਨਹੀਂ ਹੈਗੀ ਵੀ ਰਹਿਣ ਦੀ ਹੈ ਨਾ। ਤੇ ਫਿਰ ਮੈਂ ਕਿਹਾ ਯਾਰ ਪਤਾ ਨਹੀਂ ਕਿੱਥੋਂ ਮੇਰੇ ਦਿਮਾਗ 'ਚ ਇੱਕਦਮ ਆਇਆ ਕਿ ਯਾਰ ਵਿੱਚ ਮੈਂ ਪ੍ਰੈਗਨੈਂਟ ਨਹੀਂ ਹੈਗੀ। ਫਿਰ ਨਾ ਹੋਮ ਪ੍ਰੈਗਨੈਂਸੀ ਟੈਸਟ ਕਰਿਆ ਹੈ ਨਾ, ਉਹ ਪੋਜ਼ਿਟਿਵ ਆਇਆ ਹੈ ਨਾ। ਮੈਨੂੰ ਫਿਰ ਵੀ ਯਕੀਨ ਨਾ ਹੋਇਆ, ਪਤਾ
ਕਿ ਕਈ ਵਾਰੀ ਹੋ ਜਾਂਦਾ ਮੈਂ ਕਿਹਾ ਐਵੇਂ ਹੋਣਾ ਮੈਨੂੰ ਫਿਰ ਵੀ ਯਕੀਨ ਨਹੀਂ ਆਇਆ। ਫਿਰ ਮੈਂ ਥੋੜੇ ਦਿਨਾਂ ਬਾਅਦ ਨਾ ਦੁਬਾਰਾ ਹੋਮ ਪ੍ਰੈਗਨੈਂਸੀ ਟੈਸਟ ਕਰਿਆ ਹਨਾ, ਚਲੋ ਫਿਰ ਪੋਜ਼ਿਟਿਵ ਆਇਆ। ਮੈਂ ਕਿਹਾ ਵੀ ਹੁਣ ਤਾਂ ਡਾਕਟਰ ਨੂੰ ਦਿਖਾਉਣਾ ਬੰਦ ਹੈ, ਕਿਉਂਕਿ ਮੈਨੂੰ ਸਿੰਪਟਮਸ ਵੀ ਹੋ ਰਹੇ ਸੀਗੇ ਹਨਾ ਥੋੜੇ ਜਿਹੇ। ਤੇ ਫਿਰ ਅਸੀਂ ਡਾਕਟਰ ਨੂੰ ਦਿਖਾਇਆ ਕਿ ਡਾਕਟਰ ਨੇ ਬਲੱਡ ਟੈਸਟ ਵਗੈਰਾ ਲਿਖੇ, ਤੇ ਉਹ ਤਾਂ ਕਲੀਅਰ ਹੀ ਹੋ ਗਿਆ ਹਨਾ। ਜਦੋਂ ਰਿਪੋਰਟ ਆਈ ਨਾ ਪਤਾ ਲੱਗਿਆ ਵੀ ਮੈਂ 5 ਵੀਕਸ ਪ੍ਰੈਗਨੈਂਟ ਹਾਂ। ਮੈਂ ਕਿਹਾ ਸਰਪ੍ਰਾਈਜ਼। ਸਾਰੇ ਬਹੁਤ ਖੁਸ਼ ਸੀਗੇ ਯਾਰ, ਇਹ ਬਹੁਤ ਖੁਸ਼ ਸੀ ਨਾ, ਮੇਰੇ ਹਸਬੈਂਡ ਬਹੁਤ ਖੁਸ਼ ਸੀ, ਘਰ ਦੇ ਬਹੁਤ ਖੁਸ਼ ਸੀ, ਬਿਲੋ ਬਹੁਤ ਖੁਸ਼ ਸੀਗੇ ਨਾ, ਸਾਰੇ ਬਹੁਤ ਹੈਪੀ ਸੀਗੇ। ਤੇ ਚਲੋ ਜੀ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਿੱਦਾਂ ਮੈਨੂੰ ਇੰਨਾ ਜ਼ਿਆਦਾ ਲੋ ਫੀਲ ਹੁੰਦਾ ਸੀ ਨਾ ਕਿ ਮੈਂ ਕਈ ਵਾਰ ਤੜਕਾ ਲਗਾਉਣ ਖੜੀ ਹੁੰਦੀ ਸੀ, ਮੈਂ ਚੇਅਰ ਰੱਖ ਕੇ ਖੜਦੀ ਸੀਗੀ। ਇੰਨਾ ਲੋ ਫੀਲ ਉਹ ਕੋਈ ਦਿਨ ਤਾਂ ਇੱਦਾਂ ਸੀ ਮੈਂ ਰੁਪੀ ਨੂੰ ਕਿਹਾ ਕਿ ਮੇਰੇ ਤੋਂ ਨਹੀਂ ਹੋਣਾ ਹੈਗਾ ਕਿ ਤੂੰ ਕਰ ਲੈ ਹਨਾ, ਇੰਨੀ ਜ਼ਿਆਦਾ ਵੀਕਨੈਸ ਹੋ ਰਹੀ ਸੀਗੀ। ਪਲੱਸ ਮੈਨੂੰ ਇਹ ਸੋਚ ਕੇ ਹੋ ਜਾਂਦਾ ਸੀ ਯਾਰ ਕੋਵਿਡ 'ਚ ਕਿਆ ਕਰੂੰਗੀ ਮੈਂ, ਕਿਉਂਕਿ ਉਸ ਟਾਈਮ ਤਾਂ ਬਹੁਤ ਜ਼ਿਆਦਾ ਕੇਸਿਸ ਆ ਰਹੇ ਸੀਗੇ, ਬਹੁਤ ਜ਼ਿਆਦਾ। ਔਰ ਇੱਥੇ ਤਾਂ ਲਾਕਡਾਊਨ ਵੀ ਹੋ ਗਿਆ ਸੀ ਨਾ ਫਿਰ। ਐਗਜ਼ੈਕਟਲੀ। ਤਾਂ ਤੁਹਾਨੂੰ ਮੇਰੀ ਮੰਮੀ ਕਹਿੰਦੀ ਹੈ ਕੰਮ ਨਾਲ ਨਾਲ ਨਾ ਗੱਲਾਂ ਕਰਦੇ ਕਰਦੇ ਕੰਮ ਵੀ ਕਰ ਲੈਣਾ ਚਾਹੀਦਾ, ਹੱਥ ਹਿਲਾਉਂਦੇ ਰਹੋ ਆਪਣੇ ਜੀਭ ਦੇ ਨਾਲ। ਤਾਂ ਫਿਰ ਹਾਂ ਮੈਨੂੰ ਬਹੁਤ ਸਟ੍ਰੈਸ ਹੋ ਰਹੀ ਸੀ ਯਾਰ, ਕੋਵਿਡ ਦਾ ਚੱਲ ਰਿਹਾ, ਹਸਪੀਟਲ 'ਚ ਪਤਾ ਨਹੀਂ ਕਿਆ ਸਿਚੁਏਸ਼ਨ ਹੋਏਗੀ। ਉਹ ਕੰਟਰੀ 'ਚ ਦਿਮਾਗ ਚੱਲ ਰਿਹਾ ਸੀਗਾ ਜਿੱਥੇ ਹਸਪੀਟਲ 'ਚ ਪੂਰਾ ਚਾਹ ਪਿਆ ਚਾਹ ਯਾਰ ਜੇ ਇੱਦਾਂ ਕੁਛ ਹੋ ਗਿਆ ਮੈਂ ਕੀ ਕਰੂੰਗੀ ਹੈ ਨਾ। ਤੇ ਸੁਣਨ 'ਚ ਆ ਰਿਹਾ ਸੀਗਾ ਕਿ ਹਸਬੈਂਡ ਨੂੰ ਵੀ ਅੱਜ ਕੱਲ੍ਹ ਹਸਪੀਟਲ 'ਚ ਰੁਕਣ ਨਹੀਂ ਦਿੰਦੇ ਵਾਈਫ ਨਾਲ। ਮੈਂ ਕਿਹਾ ਹਾਏ ਮੇਰੇ ਡਿਲੀਵਰੀ ਟਾਈਮ ਤੱਕ ਜੇ ਇੱਦਾਂ ਹੀ ਰਿਹਾ ਮੈਂ ਕੀ ਕਰੂੰਗੀ ਹੈ ਨਾ, ਕਿੱਦਾਂ ਮੈਨੇਜ ਕਰਾਂਗੇ ਅਸੀਂ। ਬਟ ਚਲੋ ਜਦੋਂ ਸਾਡੇ ਆਲੇ ਦੁਆਲੇ ਫੈਮਿਲੀ ਹੁੰਦੀ ਹੈ ਨਾ ਯਾਰ, ਸਾਰੇ ਮੈਨੂੰ ਇਹ ਸਮਝਾ ਰਹੀ ਸੀਗੀ, ਮੇਰੇ ਹਸਬੈਂਡ ਸਮਝਾ ਰਹੇ ਸੀਗੇ, ਫਿਰ ਥੋੜਾ ਹੋ ਜਾਂਦਾ ਹੈ ਨਾ। ਫਿਰ ਮੈਂ ਨਿਊਜ਼ ਦੇਖੀ ਬਿਲਕੁਲ ਬੰਦ ਕਰਤੀ ਕੋਵਿਡ ਰਿਲੇਟਡ। ਹੋਰ ਇੰਨੀ ਨੈਗੇਟਿਵਿਟੀ ਹੋ ਗਈ ਸੀਗੀ ਉਹ ਮੈਂ ਹਾਂ ਮੈਂ ਬਿਲਕੁਲ ਨਿਊਜ਼ ਦੇਖਣੀ ਬੰਦ ਕਰਤੀ ਕਿ ਜੋ ਦੇਖੀ ਜਾਊਗੀ। ਇੱਕ ਮੈਂ ਵੜਿਆ ਟਮਾਟਰ ਪਾ ਦਾ ਇੱਥੇ। ਹਾਂ ਤੇ ਮੈਂ ਨਾ ਜੌਬ ਵੀ ਜਾ ਰਹੀ ਸੀਗੀ ਹੈ ਨਾ, ਫਿਰ ਹੋਰ ਜ਼ਿਆਦਾ ਹੋਏ ਕਿ ਉੱਥੇ ਕੋਈ ਕੇਸ ਨਾ ਹੋ ਜਾਏ, ਇੱਦਾਂ ਨਾ ਹੋ ਜਾਏ, ਉੱਦਾਂ ਨਾ ਹੋ ਜਾਏ ਨਾ, ਦੁਨੀਆ ਭਰ ਦੇ ਸਵਾਲ ਮੇਰੇ ਦਿਮਾਗ 'ਚ। ਤੇ ਮੇਰੇ ਹਸਬੈਂਡ ਨੇ ਤੂੰ ਨਾ ਪਹਿਲੀ ਗੱਲ ਤਾਂ ਨਿਊਜ਼ ਦੇਖਣੀ ਬੰਦ ਕਰਤੀ ਕੀ ਚੱਲ ਰਿਹਾ ਬਾਹਰ, ਤੂੰ ਸਿਰਫ ਆਪਣੀ ਹੈਲਥ ਵੱਲ ਧਿਆਨ ਦੇ ਹੈ ਨਾ। ਇਹਨੇ ਮੈਨੂੰ ਬਹੁਤ ਸਮਝਾਇਆ ਤੇ ਮੈਂ ਨਿਊਜ਼ ਦੇਖਣੀ ਬੰਦ ਕਰਤੀ ਹੈ ਨਾ। ਉਸ ਤੋਂ ਬਾਅਦ ਤੁਸੀਂ ਚਲੋ ਪ੍ਰੀਪੇਅਰਡ ਜਿਹੇ ਹੋ ਜਾਂਦੇ ਕਿ ਚਲੋ ਜੋ ਹੋਏਗਾ ਦੇਖੀ ਜਾਏਗੀ ਹੈ ਨਾ, ਜਸਟ ਇੰਜੋਏ ਦਾ ਮੋਮੈਂਟ। ਤੇ ਫਿਰ ਉਸ ਤੋਂ ਬਾਅਦ ਫਿਰ ਚਲੋ ਹੈ ਨਾ ਨਿਊਜ਼ ਦੇਖਣੀ ਬੰਦ ਕੀਤੀ, ਥੋੜਾ ਮੈਂਟਲੀ ਉਹ ਹੋ ਗਿਆ ਹੈ ਨਾ, ਸਟਰੋਂਗ ਵੀ ਹੋ ਜਾਂਦੇ ਤੁਸੀਂ। ਤੇ ਕੁਛ ਇਹ ਚਲੋ ਆਈ ਐਮ ਲੱਕੀ ਕਿ ਮੇਰੇ ਕੋਲ ਇਹ ਹੈਗੇ, ਕਿੰਨੀਆਂ ਕੁੜੀਆਂ ਮੈਂ ਸੁਣਿਆ ਪ੍ਰੈਗਨੈਂਸੀ ਹੁੰਦੀ ਬਹੁਤ ਔਖੀ ਗਈ ਹੈ ਕਿਉਂਕਿ ਉਹ ਇਕੱਲੀਆਂ ਸੀਗੀਆਂ। ਈਵਨ ਕਿ ਡਿਲੀਵਰੀ ਟਾਈਮ ਵੀ ਇੰਡੀਆ ਤੋਂ ਕੋਈ ਆ ਨਹੀਂ ਪਾਇਆ ਹੈ ਨਾ। ਚਲੋ ਮੈਂ ਲੱਗੀ ਕਿ ਮੇਰੇ ਕੋਲ ਇਹ ਹੈਗੀ ਹੈ, ਮੈਨੂੰ ਕਿਚਨ ਦੇ ਕੰਮ ਦੀ ਇੰਨੀ ਔਖੀ ਨਹੀਂ ਸੀਗੀ, ਇਹ ਸਾਂਭ ਲੈਂਦੀ ਹੈ। ਤੇ ਉਸ ਤੋਂ ਬਾਅਦ ਫਿਰ ਸਟਾਰਟਿੰਗ ਦੇ ਵਿੱਚ ਕੀ ਸੀਗਾ ਨੋਜ਼ੀਆ, ਜੋ ਕਿ ਮੈਨੂੰ ਮਾਰਨਿੰਗ 'ਚ ਨਹੀਂ ਹੁੰਦਾ ਸੀ, ਸਭ ਤੋਂ ਵੱਡੀ ਚੀਜ਼ ਦੁਪਹਿਰ ਤੋਂ ਬਾਅਦ ਮੈਨੂੰ ਹੁੰਦਾ ਸੀ। ਘੀ ਦੀ ਸਮੈਲ ਹੋਏ ਯਾਰ, ਘੀ ਦੀ ਸਮੈਲ ਇੰਨੀ ਭੈੜੀ ਲੱਗਦੀ ਸੀਗੀ। ਪਿਆਜ਼ ਹੋ ਗਿਆ ਜਿੱਦਾਂ, ਮੈਂ ਇੱਦਾਂ ਦਾ ਕਰਕੇ ਤੜਕਾ ਲਗਾਉਂਦੀ ਸੀਗੀ, ਇੰਨਾ ਜ਼ਿਆਦਾ ਸਿੱਕ ਫੀਲ ਹੁੰਦਾ ਸੀਗਾ ਸਮੈਲ ਤੋਂ। ਤੇ ਕੁਛ ਵੀ ਖਾਣ ਨੂੰ ਦਿਲ ਨਹੀਂ ਕਰਦਾ ਸੀ। ਵੇਟ ਗੇਨ ਤੱਕ ਕੀ ਹੋਣਾ ਸੀਗਾ, ਮੇਰਾ ਵੇਟ 54 ਤੋਂ 52 ਤੇ ਚਲਾ ਗਿਆ ਕਿਉਂਕਿ ਮੈਂ ਕੁਝ ਖਾ ਹੀ ਨਹੀਂ ਪਾ ਰਹੀ ਸੀਗੀ। ਇੰਨਾ ਜ਼ਿਆਦਾ ਸਿੱਕ ਫੀਲ ਹੁੰਦਾ ਸੀਗਾ ਤੇ ਇੰਨਾ ਜ਼ਿਆਦਾ ਸਿੱਕ ਫੀਲ ਹੁੰਦਾ ਯਾਰ। 9 ਵਾਰੀ ਮੈਨੂੰ ਨੋਜ਼ੀਆ ਸੀਗਾ ਪਰ ਬਹੁਤ ਜ਼ਿਆਦਾ ਨਹੀਂ ਸੀਗਾ, ਬਹੁਤ ਘੱਟ ਸੀਗਾ। ਇਹ ਪ੍ਰੈਗਨੈਂਸੀ ਤੋਂ ਬਹੁਤ ਹੀ ਡਿਫਰੈਂਟ ਹੈ ਯਾਰ, ਸ਼ੁਰੂ ਤੋਂ ਲੈ ਕੇ ਹੁਣ ਤੱਕ ਕੁਛ ਨਾ ਕੁਛ ਇਸ਼ੂ ਹੋ ਹੀ ਜਾ ਰਿਹਾ ਪਰੇਸ਼ਾਨ ਕਰਤਾ ਮੈਨੂੰ। ਤੇ ਠੀਕ ਹੈ ਆਫਟਰਨੂਨ ਤੋਂ ਸ਼ੁਰੂ ਹੁੰਦਾ ਸੀਗਾ ਮੈਨੂੰ ਨੋਜ਼ੀਆ, ਹਾਏ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਇੰਨੀ ਘਬਰਾਹਟ ਹੁੰਦੀ ਸੀ, ਇੰਨੀ ਜ਼ਿਆਦਾ। ਇੱਕ ਦਿਨ ਤਾਂ ਮੈਨੂੰ ਸੁਪਨਾ ਵੀ ਆ ਗਿਆ, ਦੀਦੀ ਸਾਰਾ ਦਿਨ ਕਹੀ ਜਾਂਦਾ ਮੈਨੂੰ ਨੋਜ਼ੀਆ ਹੋ ਰਿਹਾ ਨੋਜ਼ੀਆ। ਮੈਂ ਕਿਹਾ ਹਾਏ ਦੀਦੀ, ਮੈਨੂੰ ਨਾ ਸੁਪਨੇ 'ਚ ਮੈਂ ਫੀਲ ਕਰਿਆ ਨੋਜ਼ੀਆ ਕਿਦਾਂ। ਮੈਂ ਕਿਹਾ ਹਾਏ ਦੀਦੀ ਨੂੰ ਇੰਨਾ ਜ਼ਿਆਦਾ ਹੁੰਦਾ ਹੋਊਗਾ। ਬੜੀ ਗੰਦੀ ਫੀਲਿੰਗ ਹੈ ਯਾਰ, ਬਹੁਤ ਗੰਦੀ। ਜਦੋਂ ਤੁਹਾਨੂੰ ਵੋਮਿਟ ਆਉਂਦੀ ਤੁਸੀਂ ਗੱਲਾਂ ਹੋਈ ਦੀਆਂ ਕਰੀ ਜਾਓ ਨਾ ਸਾਰੀ ਰਾਤ। ਹਾਂ ਸਹੀ ਗੱਲ ਹੈ। ਤੇ ਫਿਰ ਨੋਜ਼ੀਆ ਦਾ ਜਿਹੜਾ ਪਿਆ ਉਹ ਲੈਦਾ ਹੈ ਨਾ, ਉਸ ਤੋਂ ਬਾਅਦ ਇੰਨੀ ਵੀਕਨੈਸ। ਮੈਂ ਆਈ ਦੀ ਬੰਦੀਆਂ ਯਾਰ ਮੈਂ ਦਿਨ 'ਚ ਸੌਂਦੀ ਨਹੀਂ ਹੈ, ਡਜ਼ਨਟ ਮੈਟਰ ਮੈਂ ਕਿੰਨੀ ਵੀ ਟਾਇਰਡ ਕਿਉਂ ਨਾ ਹੋਵਾਂ ਯਾਰ। ਉਸ ਟਾਈਮ ਤਾਂ ਮੈਨੂੰ ਦਿਨ 'ਚ ਨੀਂਦ ਆਉਂਦੀ ਸੀ ਕੋਈ, ਹਾਈ ਮੈਂ ਦਿਨ 'ਚ ਸੋ ਜਾਂਦੀ ਖੁਦ ਆਰਾਮ ਸੀ। ਮੈਂ ਇੰਨਾ ਕਿੱਦਾਂ ਸੋ ਸਕਦੀ ਹੈ, ਕੋਈ ਇੰਨਾ ਕਿੱਦਾਂ ਸੋ ਸਕਦਾ ਯਾਰ। 9 ਵਾਰੀ ਮੈਨੂੰ ਇੱਦਾਂ ਬਿਲਕੁਲ ਨਹੀਂ ਸੀਗਾ ਕੁਛ ਵੀ, ਮੇਰੀ ਨੀਂਦ ਨੂੰ ਸਭ ਕੁਛ ਨੋਰਮਲ ਸੀਗਾ ਹੈ ਨਾ। ਸਟਾਰਟਿੰਗ 'ਚ ਮੈਨੂੰ ਥੋੜਾ ਜਿਹਾ ਨੋਜ਼ੀਆ ਸੀਗਾ, ਚਲੋ ਉਹ ਠੀਕ ਹੋ ਗਿਆ ਸੀਗਾ। ਇਸ ਪ੍ਰੈਗਨੈਂਸੀ 'ਚ ਮੈਨੂੰ ਨੋਜ਼ੀਆ ਕਾਫੀ ਦੇਰ ਤੱਕ ਰਿਹਾ ਯਾਰ, ਬਹੁਤ ਦੇਰ ਤੱਕ ਥੋੜਾ ਬੈਟਰ ਹੋਇਆ। ਹਾਏ ਮੈਨੂੰ ਚਾਵਲਾਂ ਤੋਂ ਨਫ਼ਰਤ ਹੋ ਗਈ, ਮੇਰਾ ਰਾਈਸ ਖਾਣ ਨੂੰ ਦਿਲ ਨਾ ਕਰੇ, ਚਾਹ ਦੇਖਣ ਨੂੰ ਰੂਹ ਨਾ ਕਰੇ ਮੇਰੀ। ਮੈਨੂੰ ਚਾਹ ਇੰਨੀ ਭੈੜੀ ਲੱਗਣੀ ਸ਼ੁਰੂ ਹੋ ਗਈ, ਰਾਈਸ ਤੋਂ ਗਈ, ਚਾਹ ਤੋਂ ਗਈ ਹੈ ਨਾ। ਦੁੱਧ ਤਾਂ ਚਲੋ ਖੈਰ ਮੈਂ ਵੈਸੇ ਵੀ ਨਹੀਂ ਪੀਂਦੀ ਹੈ ਨਾ। ਦੇਸੀ ਘੀ ਤੋਂ ਇੰਨੀ ਪ੍ਰੋਬਲਮ, ਪਿਆਜ਼ ਤੋਂ ਇੰਨੀ ਪ੍ਰੋਬਲਮ, ਓ ਮਾਈ ਗॉड। ਦਹੀਂ ਹੁੰਦਾ ਸੀਗਾ ਵੀ ਬਿਲਕੁਲ ਲੱਸੀ ਜਿਹੀ ਬਣਾ ਕੇ ਪੀਣਾ ਮੈਂ। ਇਹ ਚਲੋ ਇਹ ਚੀਜ਼ਾਂ ਮੈਨੂੰ ਨੌਲੇਜ ਟਾਈਮ ਵੀ ਸੀਗੀਆਂ ਕਿ ਮੈਨੂੰ ਇਹਨਾਂ ਚੀਜ਼ਾਂ ਤੋਂ ਥੋੜੀ ਪ੍ਰੋਬਲਮ ਵੀ ਹੋ ਗਈ ਸੀ। ਔਰ ਇਹ ਸਭ ਦੇ ਨਾਲ ਨਾਲ ਸੋਨੇ ਤੇ ਸੁਹਾਗਾ ਐਬਡੋਮਿਨਲ ਪੇਨ ਵੀ ਸੀਗੇ।
ਉਹ ਤਾਂ ਚਲੋ ਹਨਾ ਇਹ ਵੀ ਹੋ ਹੀ ਜਾਂਦਾ ਐਬਡੋਮਿਨਲ ਪੇਨ ਵੀ ਸੀ ਠੀਕ ਹੈ ਚਲੋ ਇਹ ਫੇਸ ਨਿਕਲਿਆ ਇੱਕ ਅਗਲਾ ਫੇਸ ਸ਼ੁਰੂ ਹੋਇਆ ਨੋਜ਼ੀਆ ਠੀਕ ਹੋਇਆ ਐਬਡੋਮਿਨਲ ਪੇਨ ਹਲਕੀ ਹਲਕੀ ਸੀਗੀ ਹਲੇ ਇੰਨਾ ਸਵੇਅਰ ਹੈਡੇਕ ਸ਼ੁਰੂ ਹੋਏ ਮੈਨੂੰ ਹਾਏ ਮੇਰਾ ਸਿਰ ਦਰਦ ਠੀਕ ਹੀ ਨਹੀਂ ਹੁੰਦਾ ਸੀਗਾ ਯਾਰ ਪਰ 10 ਤੋਂ ਬਾਹਰ ਸੀਗਾ ਹੈਡੇਕ ਮੈਨੂੰ ਚਲੋ ਵੈਸੇ ਤਾਂ ਕਹਿੰਦੇ ਪੈਨਾਡੋਲ ਲੈਣੀ ਸੇਫ ਹੈ ਪ੍ਰੈਗਨੈਂਸੀ 'ਚ ਨਾ ਬਟ ਫਿਰ ਵੀ ਆਪਾਂ ਅਵੋਇਡ ਕਰਦੇ ਹਾਂ ਕਿ ਨਾ ਲਈਏ ਤਾਂ ਬੈਟਰ ਹੈ ਹਾਏ ਮੈਂ ਇੰਨਾ ਪਾਣੀ ਪੀਤਾ ਕਿ ਮੇਰਾ ਹੈਡੇਕ ਠੀਕ ਹੋ ਜਾਏ ਬਟ ਕਿੱਥੇ ਪੈਨਾਡੋਲ ਤੋਂ ਬਿਨਾਂ ਠੀਕ ਨਾ ਹੋਇਆ ਤੁਸੀਂ ਡਾਕਟਰ ਨੂੰ ਪੁੱਛਣਾ ਕਿ ਡਾਕਟਰ ਕਹਿੰਦਾ ਨਹੀਂ ਚੋਕ ਟੇਕ ਪੈਨਾਡੋਲ ਹੈ ਨਾ ਕਿ ਪੈਨਾਡੋਲ ਲੈ ਸਕਦੇ ਹਾਂ ਬਟ ਬਹੁਤ ਸਵੇਰ ਹੈਡੇਕ ਰਿਹਾ ਹੈ ਨਾ ਮੈਨੂੰ ਉਹ ਠੀਕ ਹੋਇਆ ਉਸ ਤੋਂ ਬਾਅਦ ਅੱਜ ਕੱਲ੍ਹ ਮੈਨੂੰ ਕੀ ਹੁੰਦਾ ਮੈਂ ਰਾਤ ਨੂੰ ਸੌਂਦੀ ਹਾਂ ਜਦੋਂ ਮੇਰੇ ਰਾਤ ਨੂੰ ਨਾ ਲੱਤਾਂ 'ਚ ਦਰਦ ਸ਼ੁਰੂ ਹੋ ਜਾਂਦੀ ਹੈ ਇੰਨੀ ਕਿ ਜ਼ਿਆਦਾ ਲੈਗਸ ਪੇਨ ਹੁੰਦੀ ਹੈ ਨਾ ਵੀਕ ਹੋ ਗਏ ਮੈਨੂੰ ਹੈ ਵੀਕਨੈਸ ਮੈਨੂੰ ਜ਼ਿਆਦਾ ਮੈਨੂੰ ਇੰਨੀਆਂ ਲੱਤਾਂ ਦੁਖਦੀਆਂ ਨਾ ਉਤੋਂ ਕ੍ਰੈਂਪਸ ਆਉਣੇ ਸ਼ੁਰੂ ਹੋ ਜਾਂਦੇ ਆ ਰਾਤ ਨੂੰ ਨਾ ਲੱਤ ਸਿੱਧੀ ਹੁੰਦੀ ਹੈ ਨਾ ਟੇਢੀ ਹੁੰਦੀ ਹੈ ਇਸ ਤੋਂ ਤੁਸੀਂ ਦੁੱਧ ਵੀ ਨਾ ਪੀ ਸਕਦੇ ਹੋ ਯਾਰ ਮੈਨੂੰ ਦੁੱਧ ਤਾਂ ਮੈਨੂੰ ਹੋਰ ਸਿੱਖ ਫੀਲ ਕਰਾਉਂਦਾ ਹੈ ਲੈਗ ਕ੍ਰੈਂਪਸ ਆਉਂਦੇ ਆ ਮੈਨੂੰ ਮੇਰੀ ਲੱਤਾਂ 'ਚ ਇੰਨੀ ਜ਼ਿਆਦਾ ਦਰਦ ਸ਼ੁਰੂ ਹੋ ਜਾਂਦੀ ਹੈ ਰਾਤ ਨੂੰ ਮੈਂ ਪ੍ਰੋਪਰਲੀ ਸੋ ਨਹੀਂ ਪਾਉਂਦੀ ਹੈ ਨਾ ਤੇ ਲੈਗ ਦੇ ਅੱਧੇ ਸਾਈਡਸ 'ਤੇ ਇੰਨੀ ਪੇਨ ਹੁੰਦੀ ਹੈ ਮੇਰੇ ਰਾਤ ਨੂੰ ਮੈਂ ਸਵੇਰੇ ਉੱਠਦੀ ਹਾਂ ਨਾ ਮੈਂ ਪੇਨ 'ਚ ਹੀ ਉੱਠਦੀ ਹਾਂ ਮੇਰੇ ਇੰਨੀ ਜ਼ਿਆਦਾ ਦਰਦ ਹੋ ਰਹੀ ਹੁੰਦੀ ਹੈ ਇੱਦਾਂ ਚੱਲ ਰਹੀ ਹੈ ਹੁਣ ਹਲੇ ਫਿਲਹਾਲ ਬਾਕੀ ਡਾਕਟਰਸ ਕਹਿੰਦੇ ਆ ਕਿ ਇਹ ਸਭ ਚੀਜ਼ਾਂ ਨਾਰਮਲ ਹੈ ਪ੍ਰੈਗਨੈਂਸੀ ਜਿੱਦਾਂ ਹੁੰਦਾ ਹੈ ਕਈਆਂ ਨੂੰ ਤੇ ਇੱਦਾਂ ਕੁਛ ਇੰਨਾ ਡਰਨ ਵਾਲੀ ਗੱਲ ਨਹੀਂ ਹੈ ਦੇयर इज ਨਥਿੰਗ ਸੀਰੀਅਸ ਹੈ ਨਾ ਸੋ ਜਸਟ ਪਾਰਟ ਆਫ ਪ੍ਰੈਗਨੈਂਸੀ ਜੋ ਜਿਹੜੇ ਗੋ ਥਰੂ ਬਹੁਤ ਜਣੇ ਹੁੰਦੇ ਆ ਸੋ ਇਹ ਮੇਰੀ ਬਟ ਟੂ ਬੀ ਔਨੈਸਟ ਮੈਨੂੰ ਨੌਰਿੰਗ ਟਾਈਮ ਇੱਦਾਂ ਦਾ ਕੁਛ ਵੀ ਨਹੀਂ ਸੀਗਾ ਮੈਂ ਇੰਨਾ ਨੱਟ ਕੇ ਭੱਜ ਕੇ ਸਾਰੇ ਕੰਮ ਕਰਦੀ ਸੀ ਮੈਂ ਟਿਕਦੀ ਨਹੀਂ ਸੀਗੀ ਔਰ ਬੈਸਟ ਚੀਜ਼ ਮੈਨੂੰ ਪ੍ਰੈਗਨੈਂਸੀ ਦੀ ਹਮੇਸ਼ਾ ਇਹ ਲੱਗਦੀ ਹੈ ਕਿ ਤੁਸੀਂ ਕੁਝ ਵੀ ਖਾਂਦੇ ਹੋ ਤੁਸੀਂ ਗਿਲਟ ਫ੍ਰੀ ਖਾਂਦੇ ਆ ਤੁਸੀਂ ਪ੍ਰੈਗਨੈਂਟ ਹੈ ਯਾਰ ਖਾ ਸਕਦੇ ਹੋ ਖਾ ਲਓ ਕੁਛ ਨਹੀਂ ਹੁੰਦਾ ਪਹਿਲਾਂ ਤੁਹਾਨੂੰ ਇੱਦਾਂ ਹੁੰਦਾ ਕਿ ਨਹੀਂ ਯਾਰ ਇਹ ਵੇਟ ਗੇਨ ਨਾ ਹੋ ਜੇ ਨਾ ਹੋ ਜੇ ਉਹ ਨਾ ਹੋ ਜੇ ਬਟ ਮੈਂ ਪ੍ਰੈਗਨੈਂਸੀ ਹਮੇਸ਼ਾ ਇੰਜੋਏ ਕਰਦੀ ਹਾਂ ਮੈਂ ਬਿਨਾਂ ਸੋਚੇ ਸਮਝੇ ਜੇ ਮੇਰਾ ਜੋ ਦਿਲ ਕਰਦਾ ਮੈਂ ਉਹ ਖਾਂਦੀ ਹਾਂ ਜਿੱਦਾਂ ਹੁਣ ਮੈਨੂੰ ਕੀ ਤੋਂ ਕੋਈ ਇਸ਼ੂ ਨਹੀਂ ਹੈਗਾ ਅੱਜ ਕੱਲ੍ਹ ਮੈਨੂੰ ਉਲਟਾ ਹੀ ਹੋਇਆ ਮੈਨੂੰ ਹਰ ਚੀਜ਼ 'ਚ ਘੀ ਦਾ ਚਮਚਾ ਪਾ ਕੇ ਖਾਣਾ ਹੈ ਮੈਨੂੰ ਘਿਓ ਇੰਨਾ ਵਧੀਆ ਲੱਗ ਰਿਹਾ ਮਤਲਬ ਯਾਰ ਪ੍ਰੈਗਨੈਂਸੀ ਕਿਆ ਚੀਜ਼ ਹੈ ਕਿਸੇ ਚੀਜ਼ ਤੋਂ ਨਫ਼ਰਤ ਹੋ ਜਾਂਦੀ ਹੈ ਫਿਰ ਤੁਹਾਨੂੰ ਪਸੰਦ ਆਉਣੀ ਸ਼ੁਰੂ ਹੋ ਜਾਂਦੀ ਹੈ ਟੇਸਟ ਚੇਂਜ ਹੁੰਦਾ ਰਹਿੰਦਾ ਹੈ ਨਾ ਤੇ ਇਹ ਸੀਗਾ ਸਟੋਰੀ ਸਾਡੀ ਹੁਣ ਤੱਕ ਦੀ ਅੱਗੇ ਜੇ ਚੇਂਜਸ ਹੁੰਦੇ ਰਹੋਗੇ ਮੈਂ ਤੁਹਾਨੂੰ ਅਪਡੇਟ ਕਰਦੀ ਰਹੂੰਗੀ ਹੈ ਨਾ ਤੇ ਫਿਲਹਾਲ ਤਾਂ ਆਹੀ ਚੱਲ ਰਿਹਾ ਕਿ ਵੀਕਨੈਸ ਮੈਨੂੰ ਹਾਲੇ ਵੀ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਤੇ ਮੈਂ ਪ੍ਰੈਗਨੈਂਸੀ 'ਚ ਕੋਈ ਚੀਜ਼ ਮਿਸ ਕਰਦੀ ਹਾਂ ਤਾਂ ਉਹ ਇਹ ਹੈ ਕਿ ਮੈਨੂੰ ਬਹੁਤ ਆਦਤ ਹੈ ਭੱਜ ਕੇ ਹਰ ਚੀਜ਼ ਕਰਨ ਦੀ ਸਪੈਸ਼ਲੀ ਮਾਰਨਿੰਗ ਟਾਈਮ ਉੱਠਣਾ ਮੈਂ ਪਾਗਲ ਹੋ ਜਾਂਦੀ ਹੈ ਬਟ ਹੁਣ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਲੋ ਡਾਊਨ ਹੈ ਨਾ ਕਿ ਹੌਲੀ ਕੰਮ ਕਰਨਾ ਹੈ ਪਰ ਕਈ ਵਾਰ ਮੈਂ ਭੁੱਲ ਜਾਂਦੀ ਹਾਂ ਬਟ ਤੁਹਾਡੀ ਬੋਡੀ ਨੇ ਤੁਹਾਨੂੰ ਯਾਦ ਕਰਾ ਦਿੰਦੀ ਹੈ ਕਿ ਸਲੋ ਡਾਊਨ ਹੈ ਨਾ ਬਹੁਤਾ ਫਾਸਟ ਨਹੀਂ ਕਿਉਂਕਿ ਮੈਨੂੰ ਬਹੁਤ ਆਦਤ ਹੈ ਭੱਜ ਕੇ ਕੰਮ ਕਰਨ ਦੀ ਉਹ ਚੀਜ਼ ਮੈਂ ਪਈ ਹੋਈ ਹੋ ਜਾਂਦੀ ਹਾਂ ਤੁਸੀਂ ਹੈ ਨਾ ਤੁਹਾਡੀ ਬੋਡੀ ਉੱਦਾਂ ਯੂਜ਼ ਟੂ ਹੋ ਜਾਂਦੀ ਹੈ ਭੁੱਲ ਜਾਈਦਾ ਕਈ ਵਾਰੀ ਕਿ ਆਰਾਮ ਨਾਲ ਉੱਠਣਾ ਹੈ ਆਰਾਮ ਨਾਲ ਬੈਠਣਾ ਹੈ ਕਿਉਂਕਿ ਯਾਰ ਮੈਂ ਨੌਰਿੰਗ ਟਾਈਮ ਨਾ ਇਹ ਸਭ ਚੀਜ਼ਾਂ ਦੇ ਗੋ ਥਰੂ ਨਹੀਂ ਹੋਈ ਮੈਂ ਨੌਰਿੰਗ ਟਾਈਮ ਬਹੁਤ ਐਕਟਿਵ ਰਹੀ ਹੈ ਇਨਫੈਕਟ ਅਸੀਂ ਜਦੋਂ ਇਸ ਘਰ 'ਚ ਸ਼ਿਫਟ ਕਰਿਆ ਸੀਗਾ ਤਾਂ ਉਸ ਟਾਈਮ ਮੈਂ ਪ੍ਰੈਗਨੈਂਟ ਸੀਗੀ ਤੂੰ ਸੋਚ ਪ੍ਰੈਗਨੈਂਸੀ ਪੂਰੀ ਸ਼ਿਫਟਿੰਗ ਕਰੀ ਯਾਰ ਉਸ ਟਾਈਮ ਰੁਪਏ ਇੱਥੇ ਨਹੀਂ ਸੀਗੇ ਨਾ ਪੂਰੇ ਘਰ ਦੀ ਸੈਟਿੰਗ ਮੈਂ ਇਕੱਲੇ ਕੀਤੀ ਆ ਹੌਲੀ ਉਹ ਵੀ ਡਿਊਰਿੰਗ ਪ੍ਰੈਗਨੈਂਸੀ ਜੋ ਹੁਣ ਮੈਨੂੰ ਕੋਈ ਕਹੇ ਨਾ ਸ਼ਿਫਟ ਕਰਕੇ ਘਰ ਦੀ ਸੈਟਿੰਗ ਕਰ ਲੈ ਸੋਚਦੇ ਖੜੇ ਆਪਣੇ ਨਹੀਂ ਕਰ ਪਾਉਂਗੀ ਮੈਂ ਇਸ ਟਾਈਮ ਇੰਨਾ ਬੁਰਾ ਹਾਲ ਹੈ ਤੇ ਹੋਰ ਕਿਵੇਂ ਕਰਦੇ ਕਿਉਂਕਿ ਮੈਨੂੰ ਇਹ ਬੜਾ ਅਜੀਬ ਲੱਗਦਾ ਯਾਰ ਜਿਹੜੀਆਂ ਹਸਪੀਟਲ ਦੀਆਂ ਅਪਾਇੰਟਮੈਂਟਸ ਸਾਰੀਆਂ ਫੋਨ ਤੇ ਹਨ ਟੈਲੀ ਹੈਲਥ ਚੱਲ ਰਿਹਾ ਇਵਨ ਦੋ ਕਿ ਮੈਡੀਕਲ ਸੈਂਟਰ ਕੰਮ ਕਰਦੇ ਆ ਨਾ ਸਾਡੇ ਕਲੀਨਿਕ 'ਚ ਟੈਲੀ ਹੈਲਥ ਚੱਲ ਰਿਹਾ ਪੇਸ਼ੈਂਟ ਸਿਰਫ ਉਦੋਂ ਆਉਂਦੇ ਨੇ ਡਾਕਟਰਸ ਬੁਲਾਉਂਦੇ ਆ ਉਹਨਾਂ ਨੂੰ ਯਾਰ ਮੈਨੂੰ ਕਲੀਨਿਕ ਤੋਂ ਯਾਦ ਆਇਆ ਕਿਸ ਦਾ ਫੋਨ ਆਇਆ ਸੀਗਾ ਕਾਲ ਮੈਂ ਹੀ ਅਟੈਂਡ ਕੀਤੀ ਸੀਗੀ ਤੇ ਉਹ ਸਾਡੇ ਬਲੌਗਸ ਦੇਖਦੇ ਆ ਤੇ ਉਹਨਾਂ ਮੇਰੀ ਫੋਨ ਤੇ ਗੱਲ ਹੋਈ ਪਤਾ ਨਹੀਂ ਉਹਨੇ ਮੇਰੀ ਆਵਾਜ਼ ਕਿੱਦਾਂ ਪਛਾਣ ਲਈ ਯਾਰ ਕਹਿੰਦੇ ਤੁਸੀਂ ਸੰਦੀਪ ਹੈ ਤੁਸੀਂ ਬਲੌਗਸ ਬਣਾਉਂਦੇ ਆ ਤੁਹਾਡੇ ਬਲੌਗਸ ਦੇਖਦੇ ਆ ਥੈਂਕ ਯੂ ਸੋ ਮਚ ਯਾਰ ਸੌਰੀ ਜੇ ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਪਾਈ ਕਿਉਂਕਿ ਜੌਬ ਤੇ ਗਈ ਮੈਂ ਥੋੜਾ ਜਿਹਾ ਔਕਵਰਡ ਹੋ ਜਾਂਦਾ ਹੈ ਨਾ ਤੇ ਬਸ ਸਾਨੂੰ ਵੈਸੇ ਵੀ ਜਦ ਕੋਈ ਆ ਕੇ ਕਹਿੰਦਾ ਨਾ ਕਿ ਤੁਸੀਂ ਬਲੌਗਸ ਬਣਾਉਂਦੇ ਤੁਸੀਂ ਸੈਂਡੀਅਨ ਰੂਪ ਹੈ ਅਸੀਂ ਇੱਕ ਵਾਰੀ ਬੋਂਦਲ ਜਾਂਦੇ ਆ ਸੈਂਡੀਅਨ ਰੂਪ ਆਉਂਦੇ ਤਾਂ ਅਸੀਂ ਥੋੜਾ ਜਿਹਾ ਬੋਂਦਲ ਜਾਂਦੇ ਆ ਬਟ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਫੋਨ ਤੇ ਸੋ ਸਵੀਟ ਤੇ ਥੈਂਕ ਯੂ ਸੋ ਮਚ ਸੋ ਯਾਰ ਇਹ ਚੀਜ਼ ਮੈਂ ਮਿਸ ਕਰ ਰਹੀ ਹਾਂ ਹਸਪੀਟਲ ਦੀ ਹੈ ਨਾ ਕਿ ਉੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਜੋ ਤੁਸੀਂ ਇੱਕ ਸੈਟੀਸਫੈਕਸ਼ਨ ਮਿਲਦੀ ਐਗਜ਼ੈਕਟਲੀ ਹੈ ਨਾ ਤੁਸੀਂ ਆਪਣੇ ਡਾਊਟਸ ਬਹੁਤ ਅੱਛੀ ਤਰ੍ਹਾਂ ਕਲੀਅਰ ਕਰ ਇਵਨ ਦੋ ਕਿ ਤੁਸੀਂ ਫੋਨ ਤੇ ਵੀ ਕਲੀਅਰ ਕਰਦੇ ਹੋ ਬਟ ਜੋ ਤੁਹਾਨੂੰ ਕਿਸੇ ਨੇ ਫਿਜ਼ੀਕਲੀ ਅਸੈਸ ਕਰਨਾ ਹੈ ਉਹ ਸਭ ਕੁਝ ਫੋਨ ਤੇ ਥੋੜਾ ਜਿਹਾ ਆਫਰ ਲੱਗਦਾ ਹੈ ਮੇਰੀ ਨੈਕਸਟ ਅਪਾਇੰਟਮੈਂਟ ਵੀ ਹਲੇ ਫੋਨ ਤੇ ਹੀ ਹੈ ਚਲੋ ਕਿਆ ਕਰ ਸਕਦੇ ਹਾਂ ਹੁਣ ਕੱਲ ਜੋ ਜਿੱਦਾਂ ਮੈਨੇਜ ਕਰ ਰਹੇ ਹਾਂ ਉਹ ਕਰਨਾ ਪੈਣਾ
ਤੇ ਆਪਾਂ ਅੱਗੇ ਵੀ ਤੁਹਾਨੂੰ ਇਦਾਂ ਹੀ ਅਪਡੇਟ ਕਰਦੇ ਰਹਾਂਗੇ ਆਪਣੀ ਪ੍ਰੈਗਨੈਂਸੀ ਨਾਲ। ਸੋ ਇਦਾਂ ਚੱਲ ਰਿਹਾ ਅੱਜ ਕੱਲ੍ਹ ਕੁਛ ਹੁਣ ਮੈਂ ਦਿਨ 'ਚ ਸੌਂਦੀ ਨਹੀਂ ਹੈ ਵੈਸੇ, ਪਰ ਜੇ ਕਦੀ ਐਂ ਹੁੰਦਾ ਮੈਂ ਸੌਣਾ ਨਹੀਂ ਚਾਹ ਰਹੀ ਕਿ ਮੈਂ ਬੈਠੀ ਹੁੰਦੀ ਮੈਂ ਬੈਠੇ ਕਾਸ ਹੋ ਜਾਂਦੀ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਚੱਲਦਾ। ਇੱਦਾਂ ਚੱਲ ਰਿਹਾ ਕੁਛ। ਇੱਕ ਵਾਰੀ ਫੇਰ ਥੈਂਕ ਯੂ ਸੋ ਮਚ ਇਹਨੇ ਪਿਆਰੇ ਜਿਹੇ ਕਮੈਂਟ ਕਰਨ ਲਈ। ਯਾਰ ਇੱਕ ਕਮੈਂਟ ਆਇਆ ਸੀਗਾ ਦੈਟ ਰੀਅਲੀ ਟਚਡ ਮਾਈ ਹਾਰਟ ਹੈ ਨਾ। ਉਹਨਾਂ ਨੇ ਕਿਹਾ ਕਿ ਨੌਰਿੰਗ ਟਾਈਮ ਤੇ ਚਲੋ ਅਸੀਂ ਹੈਗੇ ਨਹੀਂ ਸੀਗੇ ਪਰ ਹੁਣ ਅਸੀਂ ਹੈਗੇ ਆ ਹੈ ਨਾ। ਤਾਂ ਬੇਸਿਕ ਯਾਰ ਕਿਸ ਨੇ ਕਰਨਾ ਕੁਛ ਨਹੀਂ ਹੁੰਦਾ, ਪਰ ਜਦ ਕੋਈ ਕਹਿੰਦਾ ਨਾ ਅਸੀਂ ਹੈਗੇ ਆ ਦੈਟ ਮੀਨਸ ਅ ਲੋਟ ਟੂ ਅਸ ਹੈ ਨਾ। ਥੈਂਕ ਯੂ ਸੋ ਮਚ ਇਹਨੇ ਪਿਆਰੇ ਕਮੈਂਟਸ ਕਰਨ ਲਈ। ਸਹੀ ਗੱਲ ਹੈ। ਬਹੁਤ ਸਾਰੇ ਲੋਕ ਐ ਜਿਹੇ ਸੀਗੇ ਜਿਹੜੇ ਯੂਜੂਅਲੀ ਕਮੈਂਟਸ ਨਹੀਂ ਕਰਦੇ, ਉਹਨਾਂ ਨੇ ਵੀ ਕਮੈਂਟਸ ਕੀਤੇ ਆ ਨਾ। ਮਤਲਬ ਅਸੀਂ ਦੇਖਦੇ ਰਹਿੰਦੇ ਆ ਕਿ ਸਾਨੂੰ ਮੋਸਟਲੀ ਨਾਮ ਯਾਦ ਹੀ ਹੁੰਦੇ ਆ ਕੌਣ ਜਿਹੜੇ ਰੈਗੂਲਰਲੀ ਕਮੈਂਟਸ ਕਰਦੇ ਆ। ਐਗਜ਼ੈਕਟਲੀ ਯਾਰ ਬਹੁਤ ਅੱਛਾ ਲੱਗਦਾ ਕਿ ਅਸੀਂ ਤੁਹਾਨੂੰ ਕਦੀ ਮਿਲੇ ਨਹੀਂ ਆ ਹੈ ਨਾ, ਪਰਸਨਲੀ ਜਿਹਨੂੰ ਜਾਣਦੇ ਨਹੀਂ ਹੈਗੇ। ਤੁਸੀਂ ਸਾਨੂੰ ਸਿਰਫ ਸਾਡੇ ਵਲੌਗ ਦੇ ਥਰੂ ਜਾਣਦੇ ਆ ਨਾ, ਅਸੀਂ ਤੁਹਾਨੂੰ ਜਿਹੜੇ ਤੁਸੀਂ ਕਮੈਂਟਸ ਕਰਦੇ ਆ ਉਹਦੇ ਥਰੂ ਜਾਣਦੇ ਆ ਨਾ, ਬਟ ਫਿਰ ਵੀ ਆਪਾਂ ਜਿਹਦੇ ਨਾਲ ਕਨੈਕਟ ਕਰ ਪਾਉਂਦੇ ਆ ਨਾ, ਫੀਲਸ ਲਾਈਕ ਅ ਫੈਮਿਲੀ। ਜਦੋਂ ਸਪੈਸ਼ਲੀ ਕੋਈ ਤੁਹਾਡੇ ਦੁੱਖ ਸੁੱਖ 'ਚ ਤੁਹਾਨੂੰ ਕਮੈਂਟ ਕਰਦਾ ਨਾ, ਇਟ ਫੀਲਸ ਰੀਅਲੀ ਗੁੱਡ। ਸਪੈਸ਼ਲੀ ਇੱਦਾਂ ਦੀ ਕੰਟਰੀਜ਼ 'ਚ ਜਿੱਥੇ ਤੁਹਾਡੇ ਪੇਰੈਂਟਸ ਤੁਹਾਡੇ ਕੋਲ ਨਹੀਂ ਹੈਗੇ ਹੈ ਨਾ, ਮੇਕਸ ਅ ਬਿਗ ਡਿਫਰੈਂਸ। ਹੁਣ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਮੇਰੇ ਵਾਂਗੂ ਅਨਐਕਸਪੀਰੀਅੰਸਡ ਹੈ ਕਿਚਨ 'ਚ, ਠੀਕ ਹੈ। ਮੈਂ ਕਿਆ ਸਿੱਖਿਆ ਖੁਦ ਕਾਰੀਗਰੀ ਕਰਕੇ ਹੈ ਨਾ। ਮੈਂ ਥੋੜਾ ਬਹੁਤ ਦੀਦੀ ਨੇ ਵੀ ਦੱਸਿਆ। ਹੁਣ ਮੈਂ ਰੁਕ ਨੂੰ ਸਬਜ਼ੀਆਂ ਬਣਾਉਣੀਆਂ ਸਿਖਾਉਣੀਆਂ। ਹਾਂ ਫਿਰ ਆਪਾਂ ਨਾਲ ਆਪਾਂ ਉਹ ਵੀ ਕੈਪਚਰ ਕਰਦੇ ਰਵਾਂਗੇ। ਬੈਂਕ ਤੇ ਹੋਵਾਂ ਇਹਨੂੰ ਰੋਟੀ ਪਾਣੀ ਦਿੰਦੇ। ਦੇਖੋ ਮੈਨੂੰ ਸਬਜ਼ੀ ਬਣਾਉਣੀ ਆਉਂਦੀ ਆ ਪਰ ਦੀਦੀ ਦੇ ਸਟਾਈਲ ਵਾਲੀਆਂ ਨਹੀਂ ਆਉਂਦੀਆਂ, ਮੈਂ ਵੀ ਕਹਾਂ ਹਨਾ। ਜਿੱਦਾਂ ਦੀਦੀ ਨਹੀਂ ਖਾਂਦੇ ਆ, ਦੀਦੀ ਬਹੁਤ ਸਵਾਦ ਬਣਾਉਂਦੇ ਆ ਆਪੇ ਬਣ ਜਾਂਦੀ ਆ। ਤੇ ਬਸ ਉਹ ਆਪਾਂ ਟਿਪਸ ਚੱਕੀ ਜਾਣੇ, ਚੱਕਦੇ ਨੇ ਫੱਟੇ। ਫਿਰ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਕਿ ਮੈਂ ਡੋਸਾ ਬਣਾਉਂਦੇ ਹੋਏ ਕਿਹੜੀਆਂ ਗੱਲਾਂ ਸਿੱਖੀਆਂ ਜਿਹੜੀਆਂ ਮੈਨੂੰ ਨਹੀਂ ਪਤਾ ਸੀ, ਠੀਕ ਹੈ। ਵੇਟ ਕਰੋ, ਹੁਣ ਤੁਹਾਨੂੰ ਦੂਜਾ ਡੋਸਾ ਪਾ ਕੇ ਦਿਖਾਉਂਗੀ। ਹਲੇ ਇੱਕ ਬਣ ਰਿਹਾ, ਠੀਕ ਹੈ। ਤੁਹਾਨੂੰ ਦਿਖਾਉਂਦੀ ਆ ਮੈਂ ਨੈਕਸਟ ਸਿੱਖਿਆ ਟੂ ਸੈਂਡੀ ਐਂਡ ਰੂਪਸ ਕਿਚਨ, ਠੀਕ ਹੈ। ਜਦੋਂ ਅਸੀਂ ਡੋਸਾ ਬਣਾਉਣ ਲੱਗਦੇ ਆ ਨਾ, ਤਾਂ ਮੈਂ ਇੱਕ ਪਹਿਲਾ ਟਿਪ ਇਹ ਸਿੱਖਿਆ ਕਿ ਪੈਨ ਬਿਲਕੁਲ ਗਰਮ ਹੋਣਾ ਚਾਹੀਦਾ, ਮਤਲਬ ਬਿਲਕੁਲ ਗਰਮ ਹੈ ਨਾ। ਐਦਾਂ ਨਹੀਂ ਹੈ ਕਿ ਤੁਸੀਂ ਮਾੜਾ ਜਿਹਾ ਕਰਿਆ ਚਲੋ ਜੀ, ਤੇ ਐਦਾਂ ਨਹੀਂ ਕਰਨਾ ਹੈ ਨਾ। ਦੇਖੋ ਜਿਹਨੂੰ ਆਉਂਦਾ ਨਹੀਂ ਸਿੱਖੋ ਰੂਪੀ ਜੀ ਤੋਂ, ਥੋੜਾ ਜਿਹਾ ਤੁਸੀਂ ਸਿਖਾਈ ਸਕਦੇ ਐਟਲੀਸਟ ਉਹ ਲੋਕ ਤਾਂ ਸਿੱਖੀ ਸਕਦੇ ਆ ਜਿਹਨਾਂ ਨੂੰ ਬਿਲਕੁਲ ਨਹੀਂ ਆਉਂਦਾ, ਠੀਕ ਹੈ। ਪੂਰਾ ਪੈਨ ਜਦੋਂ ਐਨ ਭਾਫਾਂ ਦੀਆਂ ਨਿਕਲਣ ਲੱਗ ਜੂਗੀਆਂ ਨਾ, ਫਿਰ ਅਸੀਂ ਮਤਲਬ ਇੱਕ ਵਾਰ ਹੀ ਪਾ ਕੇ ਬਸ ਇਹਨੂੰ ਹੀ ਐਦਾਂ ਫੈਲਾ ਦੇਣਾ। ਚੱਕਣੀ ਨਹੀਂ ਹੈਗੀ ਕੜਛੀ, ਮਤਲਬ ਵਿੱਚੋਂ ਨਹੀਂ ਚੱਕ ਕੇ ਫੇਰ ਕਰਨੀ ਹੈਗੀ। ਤੁਸੀਂ ਮੋਟਾ ਰੱਖਣਾ ਮੋਟਾ ਰੱਖ ਸਕਦੇ ਆ, ਪਤਲਾ ਰੱਖਣਾ ਪਤਲਾ ਰੱਖ ਸਕਦੇ ਆ, ਇਹ ਤੁਹਾਡੀ ਮਰਜ਼ੀ ਹੈ। ਫਿਰ ਬਿਲਕੁਲ ਸਿਮ ਕਰ ਦੇਣੀ ਗੈਸ, ਲੈਟ ਇਟ ਮਤਲਬ ਉਹ ਕੁੱਕ ਸਲੋਲੀ ਲਵ ਚ ਮੁੱਕ ਗਏ। ਮਤਲਬ ਇਹਦੇ ਨਾਲ ਫਿਰ ਡੋਸਾ ਟੁੱਟਦਾ ਨਹੀਂ ਹੈ ਜਦੋਂ ਤੁਸੀਂ ਖਾਂਦੇ ਆ। ਦੇਖੋ ਆਹ ਕਿੱਦਾਂ, ਦੇਖੋ ਕਿੰਨਾ ਵਧੀਆ। ਓ ਮਾਈ ਗॉड ਲੁੱਕ ਐਟ ਇਟ। ਦੇਖੋ ਕਿੰਨਾ ਵਧੀਆ ਚੱਕ ਹੋ ਗਿਆ, ਕੁਝ ਵੀ ਨਹੀਂ ਕੀਤਾ। ਥੋੜਾ ਜਿਹਾ ਤੁਸੀਂ ਵੈਸੇ ਇੱਥੇ ਅੱਧਾ ਘੀ ਗੇਰ ਸਕਦੇ ਅੱਧਾ ਨਾ, ਮਾੜਾ ਜਿਹਾ ਕਿ ਜ਼ਿਆਦਾ ਸੁੱਕਦਾ ਜਾਂ ਨਹੀਂ ਹੈ। ਫਿਰ ਵੈਸੇ ਮੋਟਾ ਰੱਖਿਆ ਕਿਉਂਕਿ ਨੌਰਿੰਗ ਨੂੰ ਮੋਟੇ ਚਾਹੀਦੇ ਆ, ਇਹ ਟਿਫਨ ਚ ਸੁੱਕ ਜਾਂਦੇ ਆ, ਇਸ ਕਰਕੇ ਨਹੀਂ। ਜਿੰਨਾ ਪਤਲਾ ਤੁਸੀਂ ਰੱਖਣਾ ਤੁਸੀਂ ਰੱਖ ਸਕਦੇ ਆ। ਬਸ ਇਹ ਸੀਗਾ ਜੀ ਡੋਸਾ। ਮਸੀ ਨਾ ਰੂਪੀ ਨੂੰ ਹਮੇਸ਼ਾ ਕਹਿੰਦੇ ਆ ਸੰਦੀਪ ਤੋਂ ਸਬਜ਼ੀ ਬਣਾਉਣੀ ਸਿੱਖ ਲਿਆ ਕਰ, ਸੰਦੀਪ ਤੋਂ ਸਬਜ਼ੀ ਬਣਾਉਣੀ ਸਿੱਖ ਲਿਆ ਕਰ। ਮੈਂ ਕਿਹਾ ਚੱਲ ਹੁਣ ਰੂਪੀ ਦੇ ਸਹੁਰੇ ਆਏ ਨਹੀਂ ਗੰਗੇ ਦੀ ਭੈਣ ਕੁਝ ਨਹੀਂ ਸਿਖਾਇਆ। ਆਂਦਾ ਜੀ ਦੇਖੋ ਰੂਪੀ ਨੂੰ ਪਰੌਂਠੇ ਬਣਾਉਣੇ ਸਿਖਾਏ ਮੈਂ ਆਲੂ ਦੇ, ਮੈਂ ਰੂਪੀ ਨੂੰ ਡੋਸੇ ਬਣਾਉਣੇ ਸਿਖਾਏ ਹਨਾ। ਰੂਪੀ ਫੁਲਕੇ ਤਾਂ ਚੱਲ ਪਹਿਲਾਂ ਹੀ ਬਣਾ ਲੈਂਦੀ ਸੀਗੀ ਹਨਾ, ਚਲ ਆਟਾ ਗੁੰਨਣ ਦੀ ਸਾਡੀ ਲੋੜ ਨਹੀਂ ਪੈਂਦੀ, ਮਿਸ਼ਰਾ ਹੈਗੀ ਆ ਜੀ ਰਹਿ ਗਿਆ। ਉਹ ਮੈਨੂੰ ਆਉਂਦਾ, ਉਹ ਡਿਊਟੀ ਮੇਰੀ ਇੰਡੀਆ ਹੁੰਦੀ ਸੀ, ਠੀਕ ਹੈ। ਅੱਜ ਦਾ ਅੱਡ ਦੀ ਤਰ੍ਹਾਂ ਦੇ ਆਟੇ 'ਚ ਗੁੰਨ ਕੇ ਰੋਟੀਆਂ ਹੁੰਦੀਆਂ, ਉਹ ਬੜੀ ਵਧੀਆ ਬਣਾ ਲੈਂਦੀ ਹੈ। ਸਾਡੀ ਕੁੜੀ ਤਾਂ ਬਹੁਤ ਕੁਝ ਕਰ ਲੈਂਦੀ ਆ ਰੋਟੀਆਂ ਦੇ ਮਾਮਲੇ 'ਚ। ਬਸ ਚਲੋ ਹੁਣ ਦੇਖੋ ਮੇਰੇ ਮੈਂ ਸਬਜ਼ੀਆਂ 'ਚ ਵੀ ਕਰਦੇ ਨੇ ਚੱਕਦੇ ਨੇ ਫੱਟੇ। ਕਹੋਗੇ ਨਾ ਦੇਖ ਮਾਸੀ ਨੂੰ ਤਾਂ ਲੰਬਾ ਦੇ ਨਹੀਂ ਸਕਦੇ ਕਿਉਂਕਿ ਹੈਗੀ ਤਾਂ ਮੇਰੇ ਕੋਲ ਹੀ ਸੀ। ਹੁਣ ਕੋਈ ਕਹਿ ਨਹੀਂ ਸਕਦਾ ਮਾਂ ਭੈਣ ਨੇ ਮਾਂ ਭੈਣ ਨੇ ਕੁਝ ਨਹੀਂ ਸਿਖਾਇਆ। ਨਹੀਂ ਹੁਣ ਤੈਨੂੰ ਕੋਈ ਐ ਨਹੀਂ ਕਹੋਗੇ ਤੇਰੀ ਮਾਂ ਨੇ ਤੈਨੂੰ ਕੁਝ ਨਹੀਂ ਸਿਖਾਇਆ। ਹੁਣ ਐ ਨਹੀਂ ਕਹੋਗੇ ਤੇਰੀ ਮਾਂ ਨੇ ਕੁਝ ਨਹੀਂ, ਉਹਨੂੰ ਐ ਕਹੋਗੇ ਤੇਰੀ ਭੈਣ ਨੇ ਤੈਨੂੰ ਕੁਝ ਨਹੀਂ ਸਿਖਾਇਆ। ਨਹੀਂ ਸਭ ਕੁਝ ਸਿੱਖ ਕੇ ਜਾਣਾ ਪੱਕੀ ਗੱਲ ਹੈ, ਵਿਆਹ ਤੱਕ ਮੌਕਾ ਸਿੱਖ ਲੈਣਾ। ਬਸ ਹੁਣ ਮੈਂ ਨਾ ਇੱਕ ਸੀਰੀਜ਼ ਸ਼ੁਰੂ ਕਰਨੀ ਹੈ, ਰੂਪੀ ਨੂੰ ਹਰ ਸਬਜ਼ੀ ਬਣਾਉਣੀ ਸਿਖਾ ਲੈਣੀ। ਹਾਂਜੀ ਆ ਬੈਗ में तो बहुत कुछ पाया ना, दिखा सकती है कितने वीडियो अंदर लगे दिखा सकते हो। ਉਹ ਮੱਕੀ ਦੀ ਰੋਟੀ ਵੀ ਆ ਗਈ ਦੀਦੀ, ਮੱਕੀ ਦੀ हाँ मक्की की रोटी यार, प्लेन मक्की की रोटी, मेथे प्याज प्यूज सारा कुछ लगा के भी। ਆਲੂ ਦਾ ਪਰੌਂਠਾ ਮੱਕੀ ਦੀ ਰੋਟੀ। आज नॉइन ने दिखाना है, नॉइन वेरी एक्साइटेड। नॉइन ने मेरा बैग दिखा दो, हाँ तो बैग लेके उड़ूगा रहता
ਸਿੰਘ ਨਾ ਮਾਰਦੀ ਕਿਸੇ ਨੂੰ ਫਿਰ ਗਾਣਾ ਗਾਉਂਗੀ ਉੱਡਦੀ ਫਿਰਾਂ ਦੀ ਹਵਾ ਵਿੱਚ ਉੱਡਦੀ ਫਿਰਾਂ ਮੈਂ ਹਾਰਿਆ ਆ ਲੈ ਕੇ ਆਈਏ ਮੈਡਮ ਜੀ ਕੱਲ ਫਾਈਨਲੀ ਦਿਖਾਤਾ ਜੀ ये नहीं खाई ਹੁਣ ਮੈਂ ਰੂਪੀ ਨੂੰ ਕਿਸ ਦਿਨ ਸਿਖਾਣੇ ਆ ਆਲੂ ਵਾਲੇ ਸਟਫਡ ਡੋਸੇ ਬਣਾਉਣੇ ਹਾਂ ਵੈਸੇ ਉਹ ਵੀ ਸਿਖਾਏ ਦੇ ਆਪਾਂ ਇੱਕ ਆਪਾਂ ਨਾ ਮੈਨੂੰ ਡੋਸੇ ਤਾਂ ਆਪਾਂ ਇੱਕ ਦਿਨ ਇੱਕ ਬਹੁਤ ਪੂਰੀ ਮੀਲ ਬਣਾਉਂਦੇ ਆ ਰੂਪੀ ਸਾਊਥ ਇੰਡੀਅਨ ਵਾਲੀ ਨਾ ਸਾਂਬਰ ਡੋਸਾ ਆਲੂ ਸਟਫਿੰਗ ਵਾਲਾ ਪੂਰਾ ਬਣਾਉਂਦੇ ਆ ਵਿਦ ਕੋਕੋਨਟ ਚਟਨੀ ਹਾਂ ਠੀਕ ਮੈਂ ਤੈਨੂੰ ਸਾਰਾ ਕੁਝ ਸਿਖਾ ਦੂੰਗੀ ਫਿਰ ਤੈਨੂੰ ਇੱਕ ਪੂਰੀ ਮੀਲ ਆ ਜਾਏਗੀ ਸਾਡੇ ਬਣਾਉਣੀ ਮੈਨੂੰ ਏਦਾਂ ਕਹਿੰਦਾ ਦੇਖ ਤੈਨੂੰ ਤਾਂ ਸਿੱਖਣ ਦੀ ਲੋੜ ਹੀ ਨਹੀਂ ਤੇਰੀ ਭੈਣ ਸਿਖਾ ਸਕਦੀ ਦੇਖੋ ਤੁਹਾਡੇ ਸਾਹਮਣੇ ਸਬੂਤ ਹੈ ਉਸ ਖਾਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਜਿੰਨਾ ਮੈਂ ਆ ਉਹ ਨਹੀਂ ਹੈਗੀ ਨਹੀਂ ਆਪਾਂ ਬਣਾਉਂਦੇ ਆ ਕਿਸੇ ਦਿਨ ਯਾਰ ਯੰਮੀ ਯੰਮੀ ਹੈ ਨਾ ਠੀਕ ਹੈ ਜੀ ਤੇ ਮੈਂ ਰੂਪ ਨੂੰ ਸਿਖਾਵਾਂ ਕਿਸੇ ਦਿਨ ਸਾਂਬਰ ਡੋਸਾ ਤਾਂ ਇਹਨੂੰ ਆਉਂਦਾ ਚਲੋ ਸਟਫਿੰਗ ਵਾਲਾ ਸਬਜ਼ੀ ਨੂੰ ਕੁਝ ਨਹੀਂ ਕਰਨਾ ਹੁੰਦਾ ਆਲੂ ਵਿੱਚ ਆਲੂ ਪਾ ਕੇ ਇਹਨੂੰ ਆਲੂ ਵਾਲੀ ਸਬਜ਼ੀ ਜੀ ਬਣਾ ਕੇ ਨਾਲ ਕੋਕੋਨਟ ਚਟਨੀ ਹਾਂ। ਆਸਾਨ ਸਿਖਾਉਂਦੇ ਹਨ ਕਿਸੇ ਨੂੰ ਦੇਖੋ ਆਲੂ ਵਾਲੇ ਪਰੌਂਠੇ ਤਲੇ ਦੇ ਕਿਹੜੇ ਉਹ ਤੰਦੂਰ ਵਾਲੇ ਕਾਈਂਡ ਆਫ ਨਾ ਹਾਂ। ਉਹ ਵੀ ਆ ਗਏ ਹੁਣ Perfect ਆ ਉਹਦੇ ਚ। ਤਾਂ ਉਹ ਆ ਗਏ ਉਹ ਬਹੁਤ ਖੁਸ਼ ਆ ਮੈਂ ਇਸ ਚੀਜ਼ 'ਚ ਆਹਾ ਬੰਦੇ ਨੂੰ ਤਾਂ ਐ ਲੱਗਦਾ ਪ੍ਰਾਊਡ ਮੂਮੈਂਟ ਆ ਕੁਛ ਤਾਂ ਕਰਿਆ ਮੈਂ ਯਾਰ ਹਰ ਕੋਈ ਸਿੱਖ ਲੈਂਦਾ ਬਿੱਲੋ ਨੂੰ ਕੁਝ ਨਹੀਂ ਆਉਂਦਾ ਸੀਗਾ ਦੇਖ ਵਿਆਹ ਤੋਂ ਬਾਅਦ ਹੀ ਸਾਰੇ ਏਦਾਂ ਹੀ ਕਹਿੰਦੇ ਵੈਸੇ ਤਾਂ ਹਾਂ ਆਪੇ ਇਹਨਾਂ ਸਾਡੇ ਪਿੰਡਾਂ 'ਚ ਇੱਕ ਮੈਂ ਹੀ ਰਲੀ ਸੀ ਜਿਹਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀਗਾ ਵਿਆਹ ਤੋਂ ਪਹਿਲਾਂ ਸੀਗਾ ਸੋ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਡੋਸਾ ਹਨਾ ਕੋਈ ਵਿੱਚ ਹਨਾ ਸਾਰੇ ਇਹ ਤਾਂ ਬਥੇਰੀਆਂ ਵੀਡੀਓਜ਼ ਆ YouTube ਤੇ ਹਨਾ ਮੈਨੂੰ ਜੋ ਮਤਲਬ ਮੈਂ ਜਿੱਥੇ ਗਲਤੀ ਕਰ ਰਹੀ ਸੀ ਉਹ ਇਹ ਚੀਜ਼ ਸੀਗੀ ਕਿ ਹਨਾ ਮੈਂ ਛੇਤੀ ਥਾਲ ਦਿੰਦੀ ਸੀ ਜਾਂ ਉਹ ਤੁਹਾਨੂੰ ਪਤਾ ਹੈ ਹਾਂ ਚਲੋ ਡੋਸਾ ਛੱਡੋ ਡੋਸਾ ਬਹੁਤ ਹੋ ਗਈ ਤੁਹਾਨੂੰ ਮਜ਼ੇਦਾਰ ਗੱਲ ਦੱਸਦੇ ਨੌਰੀ ਨੂੰ ਆਪਾਂ ਦੱਸਿਆ ਨਾ ਜਦ ਕਿ ਏਦਾਂ ਮੰਮਾ ਪ੍ਰੈਗਨੈਂਟ ਹੈ ਉਹ ਇੰਨੀ ਖੁਸ਼ ਉਹ ਬਹੁਤ ਖੁਸ਼ ਹੋਈ ਯਾਰ ਮੰਮੀ ਸੀਗਾ ਪਤਾ ਨਹੀਂ ਕਿੱਦਾਂ ਰਿਐਕਟ ਕਰੇਗੀ ਨਾ ਸੋ ਹੈਪੀ ਮੇਰਾ ਹਸਬੰਡ ਕਹਿੰਦੇ ਵਾਈ ਟੇਕਿੰਗ ਸੋ ਲੌਂਗ ਆਗੇ ਨਾ ਏਦਾਂ ਟੱਚ ਕਰਕੇ ਦੇਖਦੀ ਆ ਬੇਬੀ ਵਾਈ ਔਰ ਤੁਹਾਨੂੰ ਪਤਾ ਮੈਂ ਦੇਖਿਆ ਮੂਵਮੈਂਟ ਮਤਲਬ ਬੇਬੀ ਏਦਾਂ ਮੂਵ ਕਰਦੀ ਐ ਏਦਾਂ ਬੇਬੀ ਨਾ ਤੇ ਇਹਨੂੰ ਥੋੜਾ ਜਲਦੀ ਜਿੱਦਾਂ ਮੈਨੂੰ ਥੋੜਾ ਜਲਦੀ ਮੂਵਮੈਂਟਸ ਫੀਲ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਹਨੂੰ ਇਸ ਟਾਈਮ ਹੋ ਜਾਂਦੀਆਂ ਨੇ ਇਹਨੂੰ ਥੋੜਾ ਲੇਟ ਸ਼ੁਰੂ ਹੁੰਦੀਆਂ ਹਨਾ ਫੀਲ ਹੋਣੀਆਂ ਤਾਂ ਮੈਨੂੰ ਦਿਖਾਇਆ ਲੱਕੀ ਮੇਰਾ ਹਾਂ ਮੈਂ ਦੇਖਿਆ ਕਾਰ 'ਚ ਸੀਗੇ ਆਪਾਂ ਹਨਾ ਮੈਂ ਦੇਖਿਆ ਸੀਗਾ ਏਦਾਂ ਹਿੱਲ ਰਿਹਾ ਸੀ ਜਿੱਦਾਂ ਕੰਮੀ ਇਟ ਵਾਸ ਅ ਗੁੱਡ ਐਕਸਪੀਰੀਅੰਸ ਮੈਂ ਕਦੀ ਦੇਖਿਆ ਨਹੀਂ ਸੀ ਏਦਾਂ ਬਿਲੋ ਨੂੰ ਦੇਖਿਆ ਕਦੀ ਜੇ ਦੇਖਿਆ ਵੀ ਮੈਨੂੰ ਲੱਗਦਾ ਹਾਂ ਹੋ ਸਕਦਾ ਵੈਸੇ ਦੇਖਿਆ ਹੋਵੇ ਮੈਨੂੰ ਯਾਦ ਜਿਹਾ ਨਹੀਂ ਹੈ ਨਹੀਂ ਪਰ ये बन गया साड़ी सब्जी रुपया रोटी बनाती है नॉन टिफिन वास्ते डोसे बनाते हैं ਸੋ ਇਹ ਸੀ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਹੋਪਫੁਲੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਹੋਪਫੁਲੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਯਾਰ ਜਿਨ੍ਹਾਂ ਨੇ ਤੁਹਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਡੂ ਸਬਸਕ੍ਰਾਈਬ ਹਾਂ ਚਲੋ ਸੇਮ ਡਾਇਲੌਗ ਮਾਰ ਦੋ 48% ਸਾਡੀ ਐਜ ਆਡੀਅנס ਹੈ ਹੈਗੀ ਆ ਸੱਚੀ ਹੈਗੀ ਆ ਸਾਡੇ ਨਾਲ 48% ਆਡੀਅנס ਹੈ ਜਿਹੜੇ ਸਾਡੇ ਵੀਡੀਓਸ ਦੇਖਦੇ ਆ ਪਰ ਉਹਨਾਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਦਾ ਯਾਰ ਕਰ ਦੋ ਯਾਰ ਕੀ ਫਰਕ ਪੈਂਦਾ ਇੱਕ ਬਟਨ ਦਬਣਾ ਪਲੀਜ਼ ਕਰ ਦਿਓ ਠੀਕ ਹੈ ਸਾਨੂੰ ਕੋਈ ਮਾੜਾ ਜਿਹਾ ਕਹਿੰਦਾ ਨਾ ਮੇਰਾ ਚੈਨਲ ਸਬਸਕ੍ਰਾਈਬ ਮੈਂ ਤਾਂ ਜਦੀ ਕਰ ਦਿੰਦੀ ਆ ਕਿ ਚਲ ਕੋਈ ਗੱਲ ਨਹੀਂ ਚਲੋ ਪਲੀਜ਼ ਕਰ ਦਿਓ ਠੀਕ ਹੈ ਤੇ ਹਾਂ ਨੋਟੀਫਿਕੇਸ਼ਨ ਬੈਲ ਜ਼ਰੂਰ ਦਬਿਓ ਕਿਉਂਕਿ ਸਾਨੂੰ ਕਈਆਂ ਦੇ ਮੈਸੇਜ ਆਉਂਦੇ ਆ ਕਿ ਦੀ ਤੁਸੀਂ ਵਲੌਗ ਬਹੁਤ ਲੇਟ ਪਾਉਂਦੇ ਆ ਜਦ ਕਿ ਅਸੀਂ ਉਸ ਤੋਂ ਪਹਿਲਾਂ ਵਲੌਗ ਪਾਇਆ ਹੁੰਦਾ ਬਟ ਵੀ ਡੋਨਟ ਨੋ ਕਿ ਵੀ ਕਈ ਵਾਰੀ ਨੋਟੀਫਿਕੇਸ਼ਨ ਨਹੀਂ ਜਾਂਦੀ ਹੈ ਕਈ ਵਾਰੀ ਇਦਾਂ ਹੁੰਦਾ ਨਾ ਅਸੀਂ ਕਈ ਵਾਰੀ ਵੀਡੀਓ ਅਪਲੋਡ ਕਰ ਰਹੇ ਹੁੰਦੇ ਸੀਗੇ ਕੋਈ ਫਾਲਟ ਆ ਜਾਂਦਾ ਫਿਰ ਆਪਾਂ ਦੁਬਾਰਾ ਅਪਲੋਡ ਕਰਦੇ ਹਾਂ maybe ਉਹਦੇ ਕਰਕੇ ਫਿਰ ਥੋੜ੍ਹਾ ਹੋ ਨੋਟੀਫਿਕੇਸ਼ਨ ਜਾਂਦਾ ਨਹੀਂ ਜਾਂਦੀ ਹੈਗੀ ਉਹ ਵੀਡੀਓਜ਼ ਦੀ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਵੀਡੀਓ ਡਿਲੀਟ ਕਰਦੇ ਆ ਨਾ YouTube ਤੇ ਤਾਂ ਫਿਰ ਦੂਸਰੀ ਵਾਰੀ ਜਦੋਂ ਅਪਲੋਡ ਕਰਦੇ ਆ ਫਿਰ ਥੋੜਾ ਜਿਹਾ ਕਾਲਾ ਮਾੜਾ ਜਿਹਾ ਹੋ ਜਾਂਦਾ ਹੈ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਕ ਫਿਰ ਯੂ ਨੋ ਪਲੀਜ਼ ਸਬਸਕ੍ਰਾਈਬ ਲਾਈਕ ਯਾਰ ਆਉਣ ਵਾਲੇ ਟਾਈਮ 'ਚ ਚੱਲ ਮੈਂ ਨਹੀਂ ਬੋਲਦੀ ਵੈਸੇ ਨਾ ਮੈਂ ਬੋਲਦੀ ਹੋਈ ਆ ਕਰਦੀ ਨਹੀਂ ਹੈਗੀ ਆਉਣ ਵਾਲੇ ਟਾਈਮ 'ਚ ਕੋਸ਼ਿਸ਼ ਕਰੂੰਗੀ ਰੋਜ਼ ਵਲੌਗ ਪਾਉਣ ਕਦੀ ਤਾਂ ਯੂਨੀਵਰਸ ਸੁਣੂਗੀ ਸਾਡੀ ਜਿਹੜੀ ਚੀਜ਼ ਬਾਰ-ਬਾਰ ਬੋਲਦੇ ਨਾ ਕਦੀ ਤਾਂ ਪੂਰੀ ਹੁੰਦੀ ਹੋਈ ਤੁਹਾਡੀ ਨਾ ਹੈਲਪ ਕਰਦੀ ਹਾਂ ਕਿਉਂਕਿ ਆਉਣ ਵਾਲੇ ਟਾਈਮ 'ਚ ਮੈਂ ਫੁੱਲ ਟਾਈਮ ਘਰ ਹੋਊਂਗੀ ਸੋ ਮੈਂ ਤਾਂ ਸੋਚਦੀ ਹਾਂ ਕਿ ਮੇਰੇ ਕੋਲ ਪਲੈਂਟੀ ਆਫ ਟਾਈਮ ਹੋਏਗਾ ਬਟ ਮੈਨੂੰ ਲੱਗਦਾ ਮੈਂ ਬਹੁਤ ਬਿਜ਼ੀ ਹੋ ਜਾਊਂਗੀ ਸੋ ਲੈਟਸ ਸੀ ਹਾਊ ਥਿੰਗਸ ਗੋ ਬਟ ਸੋਚਣ ਚ ਕੀ ਜਾਂਦਾ ਵੀ ਹੈਗਾ ਦਿਮਾਗ 'ਚ ਕਿਤਨਾ ਕਿਤਨਾ ਕੀੜਾ ਡੇਲੀ ਵਲੌਗਿੰਗ ਦਾ ਦੇਖਦੇ ਆ ਚਲੋ ਜੇ ਪੂਰਾ ਹੁੰਦਾ ਨਾਓ ਬਿਫੋਰ ਵੀ ਐਂਡ ਦਿਸ ਵਲੌਗ ਯਾਰ ਇੰਡੀਆ ਜੋ ਵੀ ਹੋ ਰਿਹਾ ਹਨਾ ਆਪਾਂ ਸਾਰਿਆਂ ਨੂੰ ਪਤਾ ਹੈ ਫਾਰਮਰਸ ਨਾਲ ਹਨਾ ਅਸੀਂ ਇੰਨੇ ਦੂਰ ਬੈਠੇ ਹਾਂ ਅਸੀਂ ਕੁਝ ਹੋਰ ਤਾਂ ਕਰ ਨਹੀਂ ਸਕਦੇ ਬਟ ਅਰਦਾਸ ਜ਼ਰੂਰ ਕਰ ਸਕਦੇ ਹਾਂ ਕਿ ਬਾਬਾ ਜੀ ਸਾਰਾ ਕੁਝ ਵਧੀਆ ਠੀਕ ਕਰ ਦੇਣ ਹਨਾ ਸਾਰੇ ਜਣੇ ਜਿਹੜੇ
ਇੰਨੇ ਉਹਦੇ ਨਾਲ ਪਹੁੰਚੇ ਆ ਹਨਾ, ਹੱਸਦੇ ਖੇਡਦੇ ਖੁਸ਼ੀ ਖੁਸ਼ੀ ਆਪਣੀ ਆਪਣੀ ਫੈਮਿਲੀਜ਼ 'ਚ ਵਾਪਸ ਜਾਣ ਹਨਾ। ਉਹਨੀਆਂ ਫੈਮਿਲੀ ਜਿਹੜੇ ਪਿੱਛੇ ਬੈਠੇ ਹੁੰਦੀ ਵੇਟ ਕਰ ਰਹੇ ਹੋਣਗੇ, ਕਿੰਨੇ ਵਰੀਡ ਹੋਣਗੇ ਉਹਨਾਂ ਲਈ ਨਾ, ਕਿੰਨੇ ਪਰੇਸ਼ਾਨ ਹੋਣਗੇ। ਤਾਂ ਅਸੀਂ ਅਰਦਾਸ ਹੀ ਕਰ ਸਕਦੇ ਕਿ ਬਾਬਾ ਜੀ ਸਾਰਾ ਕੁਝ ਠੀਕ ਕਰ ਦੇਣ ਤੇ ਕਿ ਮੁੱਢ ਦੀ ਜ਼ਿੱਦ ਛੱਡ ਦੇ। ਸੀਰੀਅਸਲੀ ਯਾਰ।